ਸਟੂਡੈਂਟਸ, ਅੱਜ ਅਸੀਂ ਆਪਣੇ ਸਿਲੇਬਸ ਦੇ 6th ਐਸੇ ਦਾ ਅਰਥ ਇਜ਼ ਨੋਟ ਆਸ ਦੀ ਰੀਡਿੰਗ ਕਰਾਂਗੇ। ਸਭ ਤੋਂ ਪਹਿਲਾਂ ਇੰਟਰੋਡਕਟਰੀ ਪੈਰਾਗ੍ਰਾਫ ਪੜ੍ਹ ਲੈਂਦੇ ਹਾਂ। In a partly symbolic gesture in 1998, the General Assembly of the United Nations Organization decided that its 55th session would be designated the Millennium Assembly of the United Nations. ਸਟੂਡੈਂਟਸ, UNO ਸਾਡੇ ਸੰਸਾਰ ਦੀ ਇੱਕ ਅਜਿਹੀ ਸੰਸਥਾ ਹੈ ਜਿਸ ਵਿੱਚ ਸਾਰੇ ਦੇਸ਼ ਸ਼ਾਮਿਲ ਨੇ। ਪੰਜਾਬੀ ਦੇ ਵਿੱਚ ਅਸੀਂ ਇਸ ਨੂੰ ਸੰਯੁਕਤ ਰਾਸ਼ਟਰ ਸੰਘ ਕਹਿੰਦੇ ਹਾਂ। ਇਸ ਦਾ ਜ਼ਿਆਦਾ ਕੰਮ ਇਹੀ ਹੈ ਬੱਚਿਓ ਕਿ ਸੰਸਾਰ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ। ਕਿਸੇ ਵੀ ਦੇਸ਼ 'ਤੇ ਜੇ ਕੋਈ ਦਿੱਕਤ ਆਵੇ ਤਾਂ ਸਾਰੇ ਰਲ ਮਿਲ ਕੇ ਉਸ ਦੀ ਦਿੱਕਤ ਨੂੰ ਦੂਰ ਕਰਨਾ, ਇਹ ਇਸ ਦੇ ਕੰਮਾਂ ਦੇ ਵਿੱਚ ਸ਼ਾਮਿਲ ਹੈ। ਅਤੇ ਇਸ ਦੀ ਹਰ ਸਾਲ ਬੱਚਿਓ ਇੱਕ ਜਨਰਲ ਅਸੈਂਬਲੀ ਦੀ ਮੀਟਿੰਗ ਹੁੰਦੀ ਹੈ। ਤਾਂ ਬਿਲਕੁਲ ਇਸੇ ਤਰ੍ਹਾਂ 1998 ਈਸਵੀ ਦੇ ਵਿੱਚ ਜਨਰਲ ਅਸੈਂਬਲੀ ਦੀ ਮੀਟਿੰਗ ਹੋਈ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ। ਅਤੇ ਇੱਕ ਤਰ੍ਹਾਂ ਦਾ ਆਦਰ ਦਿੰਦੇ ਹੋਏ, ਸਪੋਰਟ ਦਿੰਦੇ ਹੋਏ, ਇੱਥੇ ਸਿੰਬੋਲਿਕ ਜੈਸਚਰ ਦਾ ਮਤਲਬ ਬੱਚਿਓ ਹੈ ਕਿ ਇਸ ਤਰ੍ਹਾਂ ਦੇ ਹਾਵ ਭਾਵ ਦੇ ਨੇ ਕਿ ਜਿਸ ਨਾਲ ਸਾਡੀ ਰਿਸਪੈਕਟ ਕਿਸੇ ਦੇ ਪ੍ਰਤੀ ਝਲਕੇ ਜਾਂ ਕਿਸੇ ਦੇ ਪ੍ਰਤੀ ਸਾਡਾ ਸਪੋਰਟ ਝਲਕੇ। ਤਾਂ ਪਾਰਟੀ ਸਿੰਬੋਲਿਕ ਜੈਸਚਰ ਦਾ ਮਤਲਬ ਇੱਥੇ ਹੋ ਗਿਆ ਕਿ ਰਿਸਪੈਕਟ ਦਿੰਦੇ ਹੋਏ, ਸਪੋਰਟ ਦਿੰਦੇ ਹੋਏ। ਤਾਂ ਇਸ ਸੰਸਥਾ ਨੇ ਇਹ ਡਿਸਾਈਡ ਕੀਤਾ ਕਿ ਜਿਹੜਾ ਇਸ ਦਾ 55th ਸੈਸ਼ਨ ਹੈ, ਮਤਲਬ ਕਿ 55ਵਾਂ ਸੈਸ਼ਨ, ਤੁਹਾਨੂੰ ਦੱਸਿਆ ਨਾ ਕਿ ਇਸ ਦਾ ਹਰ ਸਾਲ ਇੱਕ ਸੈਸ਼ਨ ਹੁੰਦਾ ਹੈ ਜਿਸ ਦੇ ਵਿੱਚ ਸਾਰੇ ਦੇਸ਼ਾਂ ਦੇ ਮੁਖੀ ਸ਼ਾਮਿਲ ਹੁੰਦੇ ਨੇ। ਤਾਂ ਉਸ ਦਾ ਨਾਮ ਕੀ ਦਿੱਤਾ ਜਾਵੇ? ਡੈਜ਼ਿਗਨੇਟਿਡ ਦਾ ਮਤਲਬ ਕਿ ਉਸ ਦਾ ਸ਼ੀਰਸ਼ਕ ਕੀ ਦਿੱਤਾ ਜਾਵੇ ਉਸ ਅਸੈਂਬਲੀ ਦਾ? ਤਾਂ ਉਸ ਦਾ ਨਾਮ ਦੱਸਿਆ ਗਿਆ ਜੀ, ਦ ਮਿਲੇਨੀਅਮ ਅਸੈਂਬਲੀ ਆਫ ਦੀ ਯੂਨਾਈਟਿਡ ਨੇਸ਼ਨਸ। ਸਟੂਡੈਂਟ, ਤੁਹਾਨੂੰ ਪਤਾ ਹੈ ਕਿ 1998 20ਵੀਂ ਸਦੀ ਦੇ ਆਖਰੀ ਸਾਲਾਂ ਦੇ ਵਿੱਚ ਸੀ। ਤਾਂ 21ਵੀਂ ਸਦੀ ਦੇ ਆਉਣ ਤੋਂ ਪਹਿਲਾਂ ਜਾਂ ਉਸ ਸਦੀ ਦੇ ਵਿੱਚ ਯੂਨਾਈਟਿਡ ਨੇਸ਼ਨ ਦਾ ਕੀ ਰੋਲ ਹੋਏਗਾ? ਤਾਂ ਇਸ ਤਰ੍ਹਾਂ ਇਹ ਜਿਹੜੀ ਅਸੈਂਬਲੀ ਸੀ ਤਾਂ ਉਸ ਨੂੰ ਇਹਨਾਂ ਨੇ ਦ ਮਿਲੇਨੀਅਮ ਅਸੈਂਬਲੀ ਆਫ ਦੀ ਯੂਨਾਈਟਿਡ ਨੇਸ਼ਨਸ ਕਿਹਾ ਗਿਆ। ਦਿਸ ਮਿਲੇਨੀਅਮ ਸਮਿਟ was held from 6 to 8 September 2000। ਤਾਂ ਇਸ ਤਰ੍ਹਾਂ ਇਸ ਸਦੀ ਦਾ ਜਿਹੜਾ ਸੰਮੇਲਨ ਸੀ, ਮਿਲੇਨੀਅਮ ਸਮਿਟ, ਸਦੀ ਦਾ ਸੰਮੇਲਨ 6 ਤੋਂ 8 ਸਤੰਬਰ 2000 ਨੂੰ USA ਦੀ ਇੱਕ ਸ਼ਹਿਰ ਹੈ ਨਿਊਯਾਰਕ, ਉਸ ਦੇ ਵਿੱਚ ਇਹ ਹੋਇਆ। ਤੁਹਾਨੂੰ ਪਤਾ ਜਿਹੜਾ ਨਿਊਯਾਰਕ ਹੈ ਇਹ UNO ਦਾ ਹੈੱਡਕੁਆਟਰ ਵੀ ਹੈ। ਤਾਂ ਇਸ ਸੰਮੇਲਨ ਦੇ ਵਿੱਚ, ਜਿਵੇਂ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਸਾਰੇ ਦੇਸ਼ਾਂ ਦੇ ਮੁਖੀ ਸ਼ਾਮਿਲ ਹੋਏ। ਇਸ ਦੇ ਵਿੱਚ ਸਾਡੇ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਵੀ ਸ਼ਾਮਿਲ ਹੋਏ। The following passage is an extract from the inaugural address given by Kofi Annan, the then Secretary General of the UNO। ਸਟੂਡੈਂਟਸ, ਇਹ ਜਿਹੜਾ ਤੁਹਾਨੂੰ ਚੈਪਟਰ ਅੱਜ ਪੜ੍ਹਾਇਆ ਜਾ ਰਿਹਾ ਹੈ, ਇਹ ਉਸੇ ਮਿਲੇਨੀਅਮ ਸਮਿਟ ਦੇ ਸ਼ੁਰੂ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਸੀ ਉਸ ਸਮੇਂ ਦੇ ਸੈਕਟਰੀ ਜਨਰਲ ਆਫ UNO, ਜਿਨ੍ਹਾਂ ਦਾ ਨਾਮ ਸੀ ਕੋਫੀ ਅੰਨਾਨ, ਜਿਨ੍ਹਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਬੋਲਦੇ ਹੋਏ ਦੇਖ ਪਾ ਰਹੇ ਹੋ। ਤਾਂ ਇਹ ਉਸ ਸਮੇਂ ਇਹਨਾਂ ਨੇ ਭਾਸ਼ਣ ਦਿੱਤਾ ਸੀ। ਉਸ ਭਾਸ਼ਣ ਦੇ ਵਿੱਚੋਂ ਇਹ ਇੱਕ ਹਿੱਸਾ ਲਿਆ ਗਿਆ। ਇਸ ਐਕਸਟ੍ਰੈਕਟ ਦਾ ਮਤਲਬ ਹੁੰਦਾ ਬੱਚਿਓ ਥੋੜ੍ਹਾ ਹਿੱਸਾ, ਕਿਉਂਕਿ ਤੁਹਾਨੂੰ ਪਤਾ ਹੈ ਕਿਸੇ ਵੀ ਮੀਟਿੰਗ ਤੋਂ ਪਹਿਲਾਂ ਜਿਹੜੇ ਉਸ ਮੀਟਿੰਗ ਦੇ ਸਭਾਪਤੀ ਹੁੰਦੇ ਨੇ ਉਹ ਉਸ ਮੀਟਿੰਗ ਨੂੰ ਐਡਰੈਸ ਕਰਦੇ ਨੇ ਸ਼ੁਰੂਆਤ ਦੇ ਵਿੱਚ। ਤਾਂ ਉਦੋਂ ਇਹਨਾਂ ਨੇ ਉਸ ਮੀਟਿੰਗ ਨੂੰ ਐਡਰੈਸ ਕੀਤਾ ਸੀ। UNO ਦੇ ਵਿੱਚ ਸਾਰੇ ਹੈਡਸ ਦੇ ਮੁਖੀ ਉਸ ਦੇ ਮੀਟਿੰਗ 'ਚ ਸ਼ਾਮਿਲ ਸੀ। ਤਾਂ ਸ਼ੁਰੂ ਦੇ ਵਿੱਚ ਇਹਨਾਂ ਨੇ ਭਾਸ਼ਣ ਦਿੱਤਾ ਸੀ। ਤਾਂ ਬੱਚਿਓ, ਮੈਂ ਕੋਫੀ ਅੰਨਾਨ ਬਾਰੇ ਦੱਸਣਾ ਚਾਹਾਂਗਾ ਕਿ ਇਹ UNO ਦੇ 7ਵੇਂ ਸੈਕਟਰੀ ਜਨਰਲ ਰਹੇ ਨੇ, 7th ਸੈਕਟਰੀ ਜਨਰਲ ਰਹੇ ਨੇ। ਸੈਕਟਰੀ ਜਨਰਲ UNO ਦੀ ਸਭ ਤੋਂ ਵੱਡੀ ਚੀਫ ਐਡਮਿਨਿਸਟ੍ਰੇਟਿਵ ਆਫਿਸਰ ਦੀ ਪਦਵੀ ਹੈ ਅਤੇ ਇਹ ਇਸ ਪਦਵੀ 'ਤੇ 1997 ਤੋਂ ਲੈ ਕੇ 2006 ਤੱਕ ਰਹੇ। ਮਤਲਬ ਇੰਨੇ ਸਾਲ ਇਹਨਾਂ ਨੇ ਸੈਕਟਰੀ ਜਨਰਲ ਆਫ UNO ਦੇ ਤੌਰ 'ਤੇ ਕੰਮ ਕੀਤਾ। 2001 ਦੇ ਵਿੱਚ ਇਹਨਾਂ ਨੂੰ ਨੋਬੇਲ ਪ੍ਰਾਈਜ਼ ਵੀ ਮਿਲਿਆ। ਆਪਣੇ ਕੰਮਾਂ ਦੇ ਪ੍ਰਤੀ ਨੋਬੇਲ ਪ੍ਰਾਈਜ਼ ਇਹਨਾਂ ਨੂੰ ਪ੍ਰਾਪਤ ਹੋਇਆ ਅਤੇ 2 ਸਾਲ ਪਹਿਲਾਂ ਬੱਚਿਓ 2018 ਦੇ ਵਿੱਚ ਇਹਨਾਂ ਦੀ ਡੈਥ ਹੋਈ ਹੈ। ਸਟੂਡੈਂਟਸ, ਕੋਫੀ ਅੰਨਾਨ UNO ਦੀ ਮਿਲੇਨੀਅਮ ਸਮਿਟ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਨੇ, ਦ ਮਿਲੇਨੀਅਮ ਮਾਈਟ ਹੈਵ ਬੀਨ ਨੋ ਮੋਰ ਦੈਨ ਐਨ ਐਕਸੀਡੈਂਟ ਆਫ ਦ ਕੈਲੰਡਰ। ਕਹਿੰਦੇ ਜਿਹੜਾ ਮਿਲੇਨੀਅਮ ਹੈ, ਮਿਲੇਨੀਅਮ ਤੁਹਾਨੂੰ ਪਤਾ ਬੱਚਿਓ ਕਿ 1000 ਸਾਲਾਂ ਦੇ ਆਪਾਂ ਇਕੱਠੇ
ਉਹਨਾਂ ਨੂੰ ਜੋੜ ਨੂੰ ਆਪਾਂ ਮਿਲੇਨੀਅਮ ਕਹਿ ਦਿੰਦੇ ਹਾਂ। ਜਿਵੇਂ ਸੈਂਚਰੀਜ਼ 100 ਸਾਲਾਂ ਦੀ ਸਦੀ ਹੁੰਦੀ ਹੈ, ਇਸੇ ਤਰ੍ਹਾਂ ਡੈਕੇਡ 10 ਸਾਲ, ਜਿਵੇਂ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ। ਤਾਂ ਕੋਫੀ ਅਨਾਨ ਇੱਥੇ ਕਹਿੰਦੇ ਨੇ ਕਿ ਜਿਹੜਾ ਮਿਲੇਨੀਅਮ ਹੈ, ਇਹ ਇੱਕ ਕੈਲੰਡਰ ਈਅਰ ਦੇ ਵਿੱਚ ਸ਼ਾਇਦ ਇੱਕ ਐਕਸੀਡੈਂਟ ਜਾਂ ਘਟਨਾ ਤੋਂ ਜ਼ਿਆਦਾ ਕੁਝ ਵੀ ਨਾ ਹੋਵੇ। But you, the governments and the peoples of the world, have chosen to make it more than that, an occasion for all humanity to celebrate and to reflect. ਠੀਕ ਹੈ, ਕੈਲੰਡਰ ਈਅਰ ਦੇ ਵਿੱਚ 1000 ਸਾਲਾਂ ਦੇ ਵਕਫੇ ਨੂੰ ਅਸੀਂ ਮਿਲੇਨੀਅਮ ਕਹਿੰਦੇ ਹਾਂ, ਕੋਈ ਵੱਡੀ ਗੱਲ ਨਹੀਂ ਹੈ। ਪਰ ਉਹ ਆਪਣੇ ਸਾਹਮਣੇ ਜੋ ਬੈਠੇ ਸਾਰੀਆਂ ਸਰਕਾਰਾਂ ਦੇ ਮੁਖੀਆਂ ਨੂੰ ਸੰਬੋਧਿਤ ਕਰਕੇ ਕਹਿ ਰਹੇ ਨੇ ਕਿ ਤੁਸੀਂ ਸਾਰੀਆਂ ਸਰਕਾਰਾਂ ਅਤੇ ਲੋਕ ਜੋ ਇੱਥੇ ਇਕੱਠੇ ਹੋਏ ਨੇ ਇਸ ਸਮਿਟ ਦੇ ਵਿੱਚ, ਸੰਸਾਰ ਦੇ ਲੋਕ, ਉਹਨਾਂ ਨੇ ਇਸ ਮਿਲੇਨੀਅਮ ਨੂੰ ਚੁਣਿਆ, ਹੈਵ ਚੋਜ਼ਨ, ਤੁਸੀਂ ਇਸ ਨੂੰ ਚੁਣਿਆ, ਇਸ ਨੂੰ ਇੱਕ ਘਟਨਾ ਤੋਂ ਜ਼ਿਆਦਾ ਮੰਨ ਕੇ ਚੁਣਿਆ। ਕਿਵੇਂ ਚੁਣਿਆ? ਕਿ ਇਸ ਨੂੰ ਇੱਕ ਮੌਕੇ ਦੇ ਤਰ੍ਹਾਂ ਦੇਖ ਰਹੇ ਹੋ। ਓਕੇਜ਼ਨ ਦਾ ਮਤਲਬ ਬੱਚੇ ਹੁੰਦਾ ਹੈ ਮੌਕਾ। ਇਸ ਮੌਕੇ ਸਾਰੇ ਸੰਸਾਰ ਦੇ ਵਾਸੀ ਇਸ ਨੂੰ ਸੈਲੀਬ੍ਰੇਟ ਕਰ ਰਹੇ ਨੇ, ਇਸ ਨੂੰ ਮਨਾ ਰਹੇ ਨੇ ਅਤੇ ਰਿਫਲੈਕਟ ਕਰ ਰਹੇ ਨੇ। ਰਿਫਲੈਕਟ ਇੱਥੇ ਜ਼ਿਆਦਾ ਸਮਝਣ ਦੀ ਲੋੜ ਹੈ ਬੱਚਿਓ, ਕਿ ਰਿਫਲੈਕਟ ਦਾ ਮਤਲਬ ਹੁੰਦਾ ਹੈ ਕਿ ਸੋਚ ਰਹੇ ਨੇ ਕਿ ਅਸੀਂ ਇਸ ਸਦੀ ਦੇ ਵਿੱਚ ਕੀ ਕੀਤਾ ਜਾਂ ਸਾਡੀ ਕਾਰਗੁਜ਼ਾਰੀ ਕੀ ਰਹੀ। ਤੁਹਾਨੂੰ ਪਤਾ ਹੈ UNO 1945 ਦੇ ਵਿੱਚ ਬੱਚਿਓ ਬਣੀ ਸੀ ਅਤੇ ਇਹ ਮੌਕਾ 2000 ਈਸਵੀ ਦਾ ਹੈ। ਆਲਮੋਸਟ 55 ਸਾਲ ਹੋ ਚੁੱਕੇ ਸੀ। ਤਾਂ ਇੱਥੇ ਕੋਫੀ ਅਨਾਨ ਇਹ ਕਹਿਣਾ ਚਾਹ ਰਹੇ ਸੀ ਕਿ ਅਸੀਂ ਪਿਛਲੀ ਸਦੀ ਦੇ ਵਿੱਚ UNO ਦੀ ਜੋ ਕਾਰਗੁਜ਼ਾਰੀ ਹੈ, ਅਸੀਂ ਉਸ ਨੂੰ ਸੈਲੀਬ੍ਰੇਟ ਵੀ ਕਰੀਏ ਅੱਜ ਇਸ ਮੌਕੇ 'ਤੇ, ਪਰ ਨਾਲ ਹੀ ਨਾਲ ਅਸੀਂ ਉਸ ਨੂੰ ਰਿਫਲੈਕਟ ਵੀ ਕਰੀਏ। ਅਸੀਂ ਇਹ ਦੇਖੀਏ ਕਿ ਅਸੀਂ ਕੀ ਸੋਚਿਆ ਸੀ, ਕਿ ਅਸੀਂ ਉਹ ਟਾਰਗੇਟ ਪੂਰੇ ਕਰ ਲਏ ਜਾਂ ਅਸੀਂ ਹੋਰ ਕੀ ਕੰਮ ਕਰਨਾ ਹੈ। ਇਸ ਸਾਰੇ ਇਸ ਭਾਸ਼ਣ ਦੇ ਵਿੱਚ ਉਹਨਾਂ ਨੇ, ਇਸ ਇਨੋਗਰਲ ਸਪੀਚ ਦੇ ਵਿੱਚ ਉਹਨਾਂ ਨੇ ਇਹਨਾਂ ਗੱਲਾਂ ਦਾ ਹੀ ਜ਼ਿਕਰ ਕੀਤਾ ਹੈ। If one word encapsulates the changes we are living through, it is globalization. ਤਾਂ ਇਸ ਲਾਈਨ ਦੇ ਵਿੱਚ ਬਹੁਤ ਹੀ ਵੱਡੀ ਗੱਲ ਕੋਫੀ ਅਨਾਨ ਕਹਿੰਦੇ ਨੇ। ਕਹਿੰਦੇ ਅਸੀਂ ਜਿਸ ਸੰਸਾਰ ਦੇ ਵਿੱਚ ਰਹਿ ਰਹੇ ਹਾਂ, ਵੀ ਆਰ ਲਿਵਿੰਗ ਥਰੂ, ਅਸੀਂ ਇਸ ਸੰਸਾਰ ਦੇ ਵਿੱਚ ਰਹਿ ਰਹੇ ਹਾਂ ਅਤੇ ਬਹੁਤ ਸਾਰੀਆਂ ਚੇਂਜਿਸ ਹੈ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਆ ਰਹੀਆਂ। ਜੇਕਰ ਅਸੀਂ ਇਹ ਸਾਰੀਆਂ ਚੇਂਜਿਸ ਨੂੰ ਸਿਰਫ ਇੱਕੋ ਸ਼ਬਦ ਦੇ ਵਿੱਚ ਸੀਮਿਤ ਕਰ ਦਈਏ, ਇਨਕੈਪਸੂਲੇਟ ਦਾ ਮਤਲਬ ਹੁੰਦਾ ਬੱਚਿਓ ਸੀਮਿਤ ਕਰਨਾ। ਆਪਾਂ ਇਸ ਨੂੰ ਇਹਦਾ ਸਿਨੋਨਿਮ ਲਿਖ ਸਕਦੇ ਹਾਂ, ਸਮਰਾਈਜ਼ ਕਰਨਾ। ਜੇਕਰ ਅਸੀਂ ਇਹ ਸਾਰੀਆਂ ਚੇਂਜਿਸ ਨੂੰ ਅਸੀਂ ਇਨਕੈਪਸੂਲੇਟ ਕਰ ਦਈਏ, ਸੀਮਿਤ ਕਰ ਦਈਏ ਇੱਕੋ ਸ਼ਬਦ ਦੇ ਵਿੱਚ, ਤਾਂ ਉਹ ਸ਼ਬਦ ਕਿਹੜਾ ਬੱਚਿਓ? ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦਾ ਮਤਲਬ ਬੱਚਿਓ ਤੁਸੀਂ ਜਾਣਦੇ ਹੋਵੋਗੇ, ਜਾਂ ਸ਼ਬਦ ਤਾਂ ਜ਼ਰੂਰ ਤੁਸੀਂ ਸੁਣਿਆ ਹੋਏਗਾ। ਗਲੋਬਲਾਈਜੇਸ਼ਨ ਨੂੰ ਅਸੀਂ ਪੰਜਾਬੀ ਦੇ ਵਿੱਚ ਵਿਸ਼ਵੀਕਰਨ ਕਹਿ ਦਿੰਦੇ ਹਾਂ। ਗਲੋਬ ਤੋਂ ਗਲੋਬਲ ਤੇ ਫਿਰ ਗਲੋਬਲਾਈਜੇਸ਼ਨ। ਕਹਿੰਦੇ ਵੀ ਲਿਵ ਇਨ ਅ ਵਰਲਡ ਦੈਟ ਇਜ਼ ਇੰਟਰਕਨੈਕਟਿਡ ਐਜ਼ ਨੈਵਰ ਬਿਫੋਰ। ਅਸੀਂ ਇਸ ਤਰ੍ਹਾਂ ਦੇ ਸੰਸਾਰ ਵਿੱਚ ਰਹਿ ਰਹੇ ਹਾਂ ਜਿਹੜਾ ਕਿ ਆਪਸ ਦੇ ਵਿੱਚ ਇੰਨਾ ਇੰਟਰਕਨੈਕਟਿਡ ਹੈ, ਜਿਹੜਾ ਪਹਿਲਾਂ ਕਦੇ ਨਹੀਂ ਸੀ। ਐਜ਼ ਨੈਵਰ ਬਿਫੋਰ, ਪਹਿਲਾਂ ਕਦੇ ਨਹੀਂ ਸੀ। ਤੁਸੀਂ ਜਿਵੇਂ ਪਿਕ ਦੇ ਵਿੱਚ ਦੇਖ ਰਹੇ ਹੋ ਬੱਚਿਓ ਕਿ ਹੁਣ ਤਾਂ ਦੁਨੀਆ ਕਹਿੰਦੇ ਬਹੁਤ ਜ਼ਿਆਦਾ ਛੋਟੀ ਹੋ ਗਈ। one in which groups and individuals interact more and more directly across state frontiers। ਹੁਣ ਕਹਿੰਦੇ ਅਸੀਂ ਉਸ ਸੰਸਾਰ ਦੇ ਵਿੱਚ ਰਹਿ ਰਹੇ ਹਾਂ ਜਿਹੜਾ ਇੰਨਾ ਛੋਟਾ ਹੋ ਗਿਆ, ਇੰਨਾ ਇੰਟਰਕਨੈਕਟ ਹੋ ਗਿਆ ਕਿ ਉਸ ਦੇ ਵਿੱਚ ਕੋਈ ਵੀ ਗਰੁੱਪ ਆਫ ਪੀਪਲ ਹੋ ਸਕਦੇ ਨੇ ਜਾਂ ਕੋਈ ਇੰਡੀਵਿਜੂਅਲ ਵੀ ਹੋ ਸਕਦਾ ਹੈ। ਵਿਅਕਤੀਗਤ ਤੌਰ 'ਤੇ ਵੀ ਅਸੀਂ ਇੱਕ ਦੂਜੇ ਦੇ ਨਾਲ ਇੰਟਰੈਕਟ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਮੋਰ ਐਂਡ ਮੋਰ, ਜ਼ਿਆਦਾ ਤੋਂ ਜ਼ਿਆਦਾ। ਕਿਸ ਤਰ੍ਹਾਂ? ਡਾਇਰੈਕਟਲੀ ਕਰਦੇ ਹਾਂ, ਸਿੱਧੇ ਤੌਰ 'ਤੇ, ਐਕਰੋਸ ਸਟੇਟ ਫਰੰਟੀਅਰਸ। ਅਤੇ ਉਹਦੇ ਵਿੱਚ ਜਿਹੜੇ ਸਾਡੇ ਰਾਜਾਂ ਦੀਆਂ ਬਾਉਂਡਰੀਜ਼ ਹੁੰਦੀਆਂ ਨੇ ਜਾਂ ਸਰਹੱਦਾਂ ਦੀ ਹੁੰਦੀਆਂ ਨੇ, ਉਹਨਾਂ ਤੋਂ ਬਾਹਰ ਜਾ ਕੇ ਅਸੀਂ ਗੱਲ ਕਰਦੇ ਹਾਂ। ਅਤੇ ਕਈ ਵਾਰੀ ਕੀ ਹੁੰਦਾ ਹੈ, ਓਫਨ ਵਿਦਾਊਟ ਇਨਵੋਲਵਿੰਗ ਦਾ ਸਟੇਟਸ ਐਟ ਆਲ। ਅਤੇ ਉਸ ਜਦੋਂ ਅਸੀਂ ਇੰਟਰੈਕਸ਼ਨ ਕਰਦੇ ਹਾਂ ਇੱਕ ਦੂਸਰੇ ਦੇ ਨਾਲ, ਹਾਲਾਂਕਿ ਅਸੀਂ ਆਪਣੇ ਰਾਜ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਗੱਲ ਕਰਦੇ ਹਾਂ, ਪਰ ਉਹਨਾਂ ਦੇ ਵਿੱਚ ਸਟੇਟਸ ਸ਼ਾਮਿਲ ਹੀ ਨਹੀਂ ਹੁੰਦੀਆਂ। ਇੱਥੇ ਸਟੇਟਸ ਦਾ ਮਤਲਬ ਬੱਚਿਓ ਉਸ ਰਾਜ ਦੀਆਂ ਸਰਕਾਰਾਂ ਨੇ। ਮਤਲਬ ਕਿ ਜੇ ਸਪੋਜ਼ ਕਰੋ ਹੁਣ ਅਸੀਂ ਅਮਰੀਕਾ ਗੱਲ ਕਰਨੀ ਹੈ ਪੰਜਾਬ 'ਚ ਬੈਠੇ, ਜਾਂ ਇੰਗਲੈਂਡ ਦੇ ਵਿੱਚ ਗੱਲ ਕਰਨੀ ਹੈ, ਤਾਂ ਸਾਨੂੰ ਸਰਕਾਰ ਦੀ ਪਰਮਿਸ਼ਨ ਤਾਂ ਨਹੀਂ ਲੈਣ ਦੀ ਲੋੜ ਪੈਂਦੀ। ਸਾਡੇ ਰਿਸ਼ਤੇਦਾਰ ਬੈਠੇ ਨੇ, ਅਸੀਂ ਉਹਨਾਂ ਨਾਲ ਡਾਇਰੈਕਟਲੀ ਗੱਲ ਕਰ ਲੈਂਦੇ ਹਾਂ। ਤਾਂ ਇੱਥੇ ਇਸ ਪੂਰੇ ਪੈਰੇ ਦੇ ਵਿੱਚ ਕੋਫੀ ਅਨਾਨ ਇਹੀ ਕਹਿਣਾ ਚਾਹੁੰਦੇ ਨੇ ਕਿ ਗਲੋਬਲਾਈਜੇਸ਼ਨ ਦਾ ਅਸਰ ਇਹ ਹੋਇਆ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਇੰਟਰਕਨੈਕਟ ਹੋ ਗਏ, ਜੋ ਪਹਿਲਾਂ ਨਹੀਂ ਸੀ। ਅਸੀਂ ਇਹ 100 ਸਾਲ ਪਹਿਲਾਂ ਨਹੀਂ ਸੀ ਸੋਚ ਸਕਦੇ ਕਿ ਅਸੀਂ ਇਸ ਤਰ੍ਹਾਂ ਇੰਟਰਕਨੈਕਟ ਹੋ ਜਾਵਾਂਗੇ ਜਾਂ ਆਪਸ 'ਚ ਜੁੜ ਜਾਵਾਂਗੇ, ਲੇਕਿਨ ਅੱਜ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਸਾਡੀ ਆਪਸ 'ਚ ਇੰਟਰੈਕਸ਼ਨ ਹੁੰਦੀ ਹੈ। ਦਿਸ ਹੈਜ਼ ਇਟਸ ਡੇਂਜਰਸ ਆਫ ਕੋਰਸ। ਪਰ ਹੁਣ ਗਲੋਬਲਾਈਜੇਸ਼ਨ ਦੇ ਬੱਚਿਓ ਖਤਰੇ ਵੀ ਨੇ, ਡੇਂਜਰਸ ਵੀ ਨੇ। ਆਫ ਕੋਰਸ ਨਿਸੰਦੇਹ ਖਤਰੇ ਹੈਗੇ ਨੇ। ਕਿਹੜੇ ਕਿਹੜੇ ਨੇ? ਕ੍ਰਾਈਮ, ਨਾਰਕੋਟਿਕਸ, ਟੈਰਰਿਜ਼ਮ, ਡਿਸੀਜ਼, ਵੈਪਨਸ। ਹੁਣ ਇਹ ਸਾਰੇ ਬੱਚਿਓ ਜਿਹੜੇ ਖਤਰੇ ਨੇ, ਇਹ ਕਿਹਦੇ ਨਾਲ ਆਉਂਦੇ ਨੇ? ਗਲੋਬਲਾਈਜੇਸ਼ਨ ਦੇ ਨਾਲ।
ਤੁਹਾਨੂੰ ਪਤਾ ਦੇਖਿਓ ਕਿੰਨੇ ਕ੍ਰਾਈਮ ਦਾ ਮਤਲਬ ਜੁਰਮਾਂ 'ਚ ਵਾਧਾ ਹੋਣਾ, ਨਾਰਕੋਟਿਕਸ, ਡਰੱਗਸ ਯੂਜ਼ ਕਰਨਾ, ਨਸ਼ੇ ਵਗੈਰਾ ਕਰਨਾ, ਟੈਰਰਿਜ਼ਮ ਅੱਤਵਾਦ ਨੂੰ ਕਿਹਾ ਜਾਂਦਾ ਹੈ, ਡਿਸੀਜ਼ ਬਿਮਾਰੀਆਂ, ਵੈਪਨਸ ਹਥਿਆਰ। ਹੁਣ ਇਹ ਸਾਰੀਆਂ ਚੀਜ਼ਾਂ ਆਲ ਦੀਜ਼ ਮੂਵ ਬੈਕ ਐਂਡ ਫੋਰਥ ਫਾਸਟਰ। ਹੁਣ ਬੈਕ ਐਂਡ ਫੋਰਥ ਬੱਚਿਓ ਫਰੇਜ਼ ਹੁੰਦਾ, ਇਹਦਾ ਮਤਲਬ ਹੁੰਦਾ ਹੈ ਇੱਧਰ ਉੱਧਰ ਬੜੀ ਤੇਜ਼ੀ ਨਾਲ ਇਹ ਚੀਜ਼ਾਂ ਮੂਵ ਕਰਦੀਆਂ ਨੇ। ਬਿਲਕੁਲ ਅਸੀਂ ਦੇਖਿਆ ਬੱਚਿਓ ਹੁਣੇ ਰੀਸੈਂਟਲੀ ਕੋਵਿਡ-19 ਕਿਸ ਤਰ੍ਹਾਂ ਫੈਲਿਆ ਪੂਰੇ ਸੰਸਾਰ ਦੇ ਵਿੱਚ, ਚਾਈਨਾ ਤੋਂ ਹੁੰਦਾ ਹੋਇਆ ਪੂਰੇ ਸੰਸਾਰ 'ਚ ਫੈਲ ਗਿਆ। ਇਹ ਗਲੋਬਲਾਈਜੇਸ਼ਨ ਦਾ ਹੀ ਅਸਰ ਸੀ। ਬੈਕ ਐਂਡ ਫੋਰਥ ਦਾ ਮਤਲਬ ਤੇਜ਼ੀ ਨਾਲ ਇੱਧਰ ਉੱਧਰ ਇਹ ਮੂਵ ਕਰਦਾ ਹੈ ਐਂਡ ਇਨ ਗ੍ਰੇਟਰ ਨੰਬਰਸ, ਅਤੇ ਬਹੁਤ ਜ਼ਿਆਦਾ ਨੰਬਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਗਲੋਬਲਾਈਜੇਸ਼ਨ ਦੇ ਵਿੱਚ ਮੂਵ ਕਰਦੀਆਂ ਨੇ, ਇੱਧਰ ਉੱਧਰ ਜਾਂਦੀਆਂ ਨੇ ਦੈਨ ਇਨ ਦਾ ਪਾਸਟ। ਜਦਕਿ ਪੁਰਾਣੇ ਸਮੇਂ ਦੇ ਵਿੱਚ ਅਜਿਹਾ ਨਹੀਂ ਸੀ ਹੁੰਦਾ ਬੱਚਿਓ। ਪਹਿਲਾਂ ਵੀ ਬਿਮਾਰੀਆਂ ਆਉਂਦੀਆਂ ਸੀ, ਅਸੀਂ ਹਿਸਟਰੀ ਦੇ ਵਿੱਚ ਪੜ੍ਹਿਆ ਹੈ 1919-20 ਦੇ ਵਿੱਚ ਵੀ ਬਿਮਾਰੀਆਂ ਆਈਆਂ ਨੇ, 1820 'ਚ ਵੀ ਆਈਆਂ, ਲੇਕਿਨ ਉਹ ਫੈਲੀਆਂ ਨਹੀਂ ਪੂਰੇ ਸੰਸਾਰ 'ਚ। ਕਾਰਨ ਕਿ ਉਸ ਟਾਈਮ ਇੰਟਰਕਨੈਕਟੀਵਿਟੀ ਨਹੀਂ ਸੀ, ਜੋ ਅਸੀਂ ਪਹਿਲਾਂ ਜਿਵੇਂ ਜ਼ਿਕਰ ਕੀਤਾ ਹੈ। ਪਰ ਹੁਣ ਕਿਉਂਕਿ ਇੰਟਰਕਨੈਕਟੀਵਿਟੀ ਬਹੁਤ ਜ਼ਿਆਦਾ ਹੈ ਆਪਸੀ ਦੇਸ਼ਾਂ ਦੇ ਵਿੱਚ, ਤੇ ਕੋਈ ਵੀ ਮਾੜੀ ਚੀਜ਼ ਵੀ ਉਵੇਂ ਹੀ ਫੈਲਦੀ ਹੈ ਜਿਵੇਂ ਕੋਈ ਚੰਗੀ ਚੀਜ਼ ਫੈਲਦੀ ਹੈ। ਐਂਡ ਪੀਪਲ ਫੀਲ ਥ੍ਰੈਟਨਡ ਬਾਈ ਇਵੈਂਟਸ ਫਾਰ ਅਵੇ, ਅਤੇ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਥ੍ਰੈਟਨਡ ਫੀਲ ਕਰਦੇ ਨੇ, ਜਿਵੇਂ ਉਹਨਾਂ ਨੂੰ ਕੋਈ ਧਮਕਾ ਰਿਹਾ ਹੁੰਦਾ ਹੈ ਉਹਨਾਂ ਇਵੈਂਟਸ ਦੇ ਨਾਲ, ਉਹਨਾਂ ਘਟਨਾਵਾਂ ਦੇ ਨਾਲ ਜਿਹੜੀਆਂ ਕਿ ਫਾਰ ਅਵੇ ਦੂਰ ਹੋ ਰਹੀਆਂ ਨੇ। ਯਾਦ ਕਰੋ ਬੱਚਿਓ, ਜਿਸ ਟਾਈਮ ਮਾਰਚ ਫੈਬ ਦਾ ਮਹੀਨਾ ਚੱਲ ਰਿਹਾ ਸੀ ਇਸ ਸਾਲ, ਤਾਂ ਉਸ ਸਮੇਂ ਕੋਵਿਡ-19 ਹਜੇ ਇੰਡੀਆ ਦੇ ਵਿੱਚ ਨਹੀਂ ਸੀ ਸਪਰੈਡ ਹੋਇਆ, ਫੈਲਿਆ ਨਹੀਂ ਸੀ, ਲੇਕਿਨ ਉਸ ਸਮੇਂ ਵੀ ਲੋਕ ਡਰੇ ਹੋਏ ਸੀ ਵੀ ਇਹ ਜਦੋਂ ਇੰਡੀਆ ਦੇ ਵਿੱਚ ਆਊਗਾ ਤਾਂ ਕੀ ਬਣੂਗਾ, ਤੇ ਅਸੀਂ ਉਹ ਸਾਰਾ ਨਜ਼ਾਰਾ ਦੇਖਿਆ ਤੇ ਹਜੇ ਵੀ ਇਹ ਖਤਰਾ ਟਲਿਆ ਨਹੀਂ ਹੈ। ਤਾਂ ਬਿਲਕੁਲ ਲਾਈਵ ਐਗਜ਼ਾਮਪਲ ਕੋਵਿਡ-19 ਦੀ ਹੈ, ਜੋ ਗਲੋਬਲਾਈਜੇਸ਼ਨ ਦੇ ਕਰਕੇ ਫੈਲਿਆ ਬੱਚਿਓ, ਤੇ ਇਹ ਡਿਸੀਜ਼ ਵਾਲੇ ਏਰੀਏ ਦੇ ਵਿੱਚ ਸ਼ਾਮਿਲ ਹੈ, ਤੇ ਬਾਕੀ ਚੀਜ਼ਾਂ ਵੀ ਜਿਵੇਂ ਕ੍ਰਾਈਮ, ਨਾਰਕੋਟਿਕਸ ਜਾਂ ਟੈਰਰਿਜ਼ਮ, ਇਹ ਐਵੇਂ ਹੀ ਫੈਲਦੀਆਂ ਨੇ। ਤਾਂ ਇਹ ਸਾਰੇ ਖਤਰੇ ਕਿਹਦੇ ਨੇ ਬੱਚਿਓ? ਗਲੋਬਲਾਈਜੇਸ਼ਨ ਦੇ। ਬਟ the benefits of globalization are obvious too। ਪਰ ਹੁਣ ਕੋਫੀ ਅਨਾਨ ਇਹ ਵੀ ਕਹਿੰਦੇ ਹੈ ਕਿ ਗਲੋਬਲਾਈਜੇਸ਼ਨ ਦੇ ਜੇ ਖਤਰੇ ਨੇ ਤਾਂ ਉਸਦੇ ਫਾਇਦੇ ਵੀ ਨੇ, ਬੈਨੀਫਿਟਸ ਵੀ ਨੇ, ਅਤੇ ਉਹ ਸਪਸ਼ਟ ਨੇ, ਓਬਵੀਅਸ ਨੇ, ਕਲੀਅਰ ਨੇ। ਕਿਹੜੇ ਕਿਹੜੇ ਨੇ ਜੀ? ਫਾਸਟ ਗਰੋਥ, ਅੱਜ ਕੱਲ੍ਹ ਦੇਖੋ ਬਹੁਤ ਜ਼ਿਆਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਦੇਸ਼ਾਂ ਦਾ। ਹਾਇਰ ਲਿਵਿੰਗ ਸਟੈਂਡਰਡ, ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਗਿਆ। ਐਂਡ ਨਿਊ ਓਪਰਚੁਨਿਟੀਜ਼, ਅਤੇ ਬਹੁਤ ਸਾਰੇ ਨਵੇਂ ਮੌਕੇ ਲੋਕਾਂ ਨੂੰ ਮਿਲਦੇ ਨੇ। ਨਾਟ ਓਨਲੀ ਫॉर ਇੰਡੀਵਿਜੂਅਲ, ਸਿਰਫ ਲੋਕਾਂ ਨੂੰ ਹੀ ਨਹੀਂ, ਬਟ ਆਲਸੋ ਫॉर ਬੈਟਰ ਅੰਡਰਸਟੈਂਡਿੰਗ ਬਿਟਵੀਨ ਨੇਸ਼ਨਸ। ਸਗੋਂ ਅਜਿਹੇ ਮੌਕੇ ਵੀ ਰਾਸ਼ਟਰਾਂ ਦੀਆਂ ਆਪਸੀ ਜੋ ਸਮਝ ਹੈ ਉਹਨਾਂ ਨੂੰ ਬਿਹਤਰ ਕਰਨ ਦੇ ਲਈ ਵੀ ਉਹਨਾਂ ਨੂੰ ਮੌਕੇ ਮਿਲਦੇ ਨੇ, ਤਾਂ ਕਿ ਉਹ ਇੱਕ ਦੂਜੇ ਨਾਲ ਮਿਲ ਕੇ ਜ਼ਿਆਦਾ ਵਿਕਾਸ ਵੱਲ ਵਧਣ। ਐਂਡ ਫॉर ਕਾਮਨ ਐਕਸ਼ਨ, ਅਤੇ ਕੁਝ ਅਜਿਹੇ ਸਾਂਝੇ ਕੰਮ ਕਰਨ ਜਿਸ ਨਾਲ ਦੋਨਾਂ ਨੂੰ ਪਰਸਪਰ ਰਾਸ਼ਟਰਾਂ ਨੂੰ ਫਾਇਦਾ ਹੋਵੇ, ਉਹਨਾਂ ਦੇ ਲੋਕਾਂ ਨੂੰ ਫਾਇਦਾ ਹੋਵੇ। ਤਾਂ ਗਲੋਬਲਾਈਜੇਸ਼ਨ ਦੇ ਨਾਲ ਜੇ ਅਸੀਂ ਕਹੀਏ ਕਿ ਸਿਰਫ ਡੇਂਜਰਸ ਹੀ ਆਏ ਨੇ, ਤਾਂ ਅਜਿਹੀ ਗੱਲ ਨਹੀਂ ਹੈ ਬੱਚਿਓ। ਇਸ ਦੇ ਨਾਲ ਬਹੁਤ ਜ਼ਿਆਦਾ ਬੈਨੀਫਿਟਸ ਵੀ ਨੇ। ਕੋਫੀ ਅਨਾਨ ਕਹਿੰਦੇ ਨੇ ਕਿ ਸੰਸਾਰ 'ਚ ਕਈ ਦੇਸ਼ਾਂ ਨੂੰ ਜਾਂ ਕਈ ਵਿਅਕਤੀਗਤ ਤੌਰ 'ਤੇ ਇਨਸਾਨਾਂ ਨੂੰ ਨਵੇਂ ਮੌਕੇ ਮਿਲੇ ਨੇ, ਪਰ ਇੱਥੇ ਇੱਕ ਕੁਐਸਚਨ ਉਠਾਉਂਦੇ ਨੇ। ਉਹ ਕਹਿੰਦੇ ਨੇ ਕਿ ਵਨ ਪ੍ਰੋਬਲਮ ਇਜ਼ ਦੈਟ, ਕਿ ਇੱਕ ਪ੍ਰੋਬਲਮ ਇਹ ਹੈ ਐਟ ਪ੍ਰੈਜ਼ੈਂਟ, ਇਸ ਵਰਤਮਾਨ ਸਮੇਂ ਦੀ ਇੱਕ ਜੋ ਜੋ ਮੁਸ਼ਕਿਲ ਹੈ ਉਹ ਇਹ ਹੈ ਕਿ ਦੀਜ਼ ਓਪਰਚੁਨਿਟੀਜ਼ ਆਰ ਫਾਰ ਫਰੋਮ ਇਕੁਅਲੀ ਡਿਸਟਰੀਬਿਊਟਿਡ, ਕਿ ਜਿਹੜੇ ਮੌਕੇ ਨੇ ਇਹ ਸਾਰਿਆਂ ਨੂੰ ਬਰਾਬਰ ਰੂਪ ਦੇ ਵਿੱਚ ਨਹੀਂ ਮਿਲੇ। ਇਹ ਮਤਲਬ ਜਿਹੜੇ ਮੌਕਿਆਂ ਦੀ ਪਹਿਲਾਂ ਗੱਲ ਕੀਤੀ ਹੈ ਕਿ ਵਿਅਕਤੀਗਤ ਤੌਰ 'ਤੇ ਵੀ ਮਿਲੇ ਨੇ, ਤੇ ਸੰਸਾਰ ਦੇ ਰਾਸ਼ਟਰ ਆਪਸ 'ਚ ਇੱਕ ਦੂਜੇ ਨਾਲ ਮਿਲ ਕੇ ਵਿਕਾਸ ਕਰ ਰਹੇ ਨੇ, ਇਹ ਮੌਕੇ ਸਾਰਿਆਂ ਨੂੰ ਨਹੀਂ ਮਿਲੇ। ਦੇ ਆਰ ਫਾਰ, ਉਹ ਬੜੇ ਦੂਰ ਨੇ ਉਹਨਾਂ ਮੌਕਿਆਂ ਨੂੰ ਲੈਣ ਦੇ ਲਈ। ਫਿਰ ਉਹ ਇੱਕ ਕੁਐਸਚਨ ਬੜਾ ਹੀ ਮਤਲਬ ਸੰਜੀਦਾ ਕੁਐਸਚਨ ਉਹ ਉਠਾਉਂਦੇ ਨੇ। ਉਹ ਕਹਿੰਦੇ ਨੇ ਹਾਊ ਕੈਨ ਵੀ ਸੇ, ਅਸੀਂ ਕਿਵੇਂ ਕਹਿ ਸਕਦੇ ਹਾਂ ਦੈਟ ਦੀ ਹਾਫ ਆਫ ਦਾ ਹਿਊਮਨ ਰੇਸ, ਕਿ ਜਿੰਨੀ ਅਸੀਂ ਆਬਾਦੀ ਲੈ ਲਈਏ ਉਸ ਦੀ ਲਗਭਗ ਅੱਧੀ ਆਬਾਦੀ ਪੂਰੀ ਦੁਨੀਆ ਦੀ, ਵਿਚ ਹੈਜ਼ ਯੈਟ ਟੂ ਮੇਕ ਔਰ ਰਿਸੀਵ ਅ ਟੈਲੀਫੋਨ ਕਾਲ, ਜਿਸਨੇ ਕਿ ਹਜੇ ਟੈਲੀਫੋਨ ਕਾਲ ਕਰਨੀ ਹੈ। ਮੇਕ ਮਤਲਬ ਉਹਨੇ ਕੋਈ ਟੈਲੀਫੋਨ ਕਾਲ ਕਰਨੀ ਹੈ, ਜਾਂ ਈਵਨ ਕਿ ਉਹਨਾਂ ਨੂੰ ਹਜੇ ਟੈਲੀਫੋਨ ਹੀ ਨਹੀਂ ਮਿਲਿਆ, ਜਾਂ ਟੈਲੀਫੋਨ ਕਾਲ ਰਿਸੀਵ ਹੀ ਨਹੀਂ ਹੋਈ, ਲੈਟ ਅਲੋਨ ਯੂਜ਼ ਅ ਕੰਪਿਊਟਰ, ਕੰਪਿਊਟਰ ਦੀ ਤਾਂ ਗੱਲ ਹੀ ਦੂਰ ਕਰ ਦਿਓ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅੱਧੀ ਆਬਾਦੀ ਨੂੰ ਹਜੇ ਟੈਲੀਫੋਨ ਕਾਲ ਨੂੰ ਕਰਨ ਦਾ ਜਾਂ ਉਸ ਨੂੰ ਰਿਸੀਵ ਕਰਨ ਦਾ ਹੀ ਨਹੀਂ ਪਤਾ, ਕੰਪਿਊਟਰ ਤਾਂ ਉਹਨਾਂ ਨੇ ਦੇਖਿਆ ਹੀ ਨਹੀਂ। ਇਜ਼ ਟੇਕਿੰਗ ਪਾਰਟ ਇਨ ਗਲੋਬਲਾਈਜੇਸ਼ਨ, ਕੀ ਉਹ ਸਾਰੇ ਬੰਦੇ ਗਲੋਬਲਾਈਜੇਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਜਾਂ ਕੀ ਉਹ ਇਸ ਗਲੋਬਲਾਈਜੇਸ਼ਨ ਦਾ ਹਿੱਸਾ ਨੇ? ਅਸੀਂ ਕਿਵੇਂ ਕਹਿ ਸਕਦੇ ਹਾਂ? ਤਾਂ ਫਿਰ ਉਹਦਾ ਆਨਸਰ ਦਿੰਦੇ ਨੇ ਵੀ ਕੈਨ ਨੋਟ, ਅਸੀਂ ਨਹੀਂ ਕਰ ਸਕਦੇ ਵਿਦਆਊਟ ਇਨਸਲਟਿੰਗ ਦੇਅਰ ਪਾਵਰਟੀ, ਜਦ ਤੱਕ ਅਸੀਂ ਉਹਨਾਂ ਦੀ ਗਰੀਬੀ ਦਾ ਅਪਮਾਨ ਨਾ ਕਰੀਏ। ਇਨਸਲਟ
ਮਤਲਬ ਕਹਿਣ ਦਾ ਮਤਲਬ ਇਹ ਹੋਇਆ ਕਿ ਗਲੋਬਲਾਈਜੇਸ਼ਨ ਬਹੁਤ ਹੀ ਥੋੜ੍ਹੇ ਦੇਸ਼ਾਂ ਦੇ ਵਿੱਚ ਹੋਈ ਹੈ। ਜ਼ਿਆਦਾਤਰ ਜਿਹੜੇ ਦੇਸ਼ ਨੇ ਉਹਨਾਂ ਦੇ ਵਸਨੀਕ ਅਜੇ ਵੀ ਗਰੀਬ ਨੇ। ਉਹਨਾਂ ਨੂੰ ਨਾ ਤਾਂ ਟੈਲੀਫੋਨ ਦਾ ਪਤਾ ਹੈ, ਨਾ ਕਨੈਕਟੀਵਿਟੀ ਦਾ ਪਤਾ ਹੈ, ਕਿਉਂਕਿ ਉਹਨਾਂ ਦੇ ਤਾਂ ਵਿਚਾਰਿਆਂ ਦੀ ਰੋਜ਼ੀ ਰੋਟੀ ਦਾ ਹੀ ਬਹੁਤ ਹੀ ਔਖਾ ਕੰਮ ਚੱਲ ਰਿਹਾ ਹੈ। The overarching challenge of our times is to make globalization means more than bigger markets. ਤਾਂ ਹੁਣ ਇਹ ਜਿਹੜੀ ਪਿਛਲੇ ਪੈਰੇ ਦੇ ਵਿੱਚ ਕੋਫੀ ਅਨਾਨ ਨੇ ਪ੍ਰੋਬਲਮ ਦੱਸੀ ਹੈ ਕਿ ਸਾਰੇ ਸੰਸਾਰ ਦੇ ਲੋਕ ਇਸ ਗਲੋਬਲਾਈਜੇਸ਼ਨ ਦੇ ਵਿੱਚ ਸ਼ਾਮਿਲ ਨਹੀਂ, ਕਿਉਂਕਿ ਬਹੁਤ ਸਾਰੇ ਲੋਕ, ਆਲਮੋਸਟ ਅੱਧੀ ਆਬਾਦੀ ਤਾਂ ਬਹੁਤ ਜ਼ਿਆਦਾ ਗਰੀਬ ਹੈ। ਕੰਪਿਊਟਰ ਮੋਬਾਈਲ ਦੀ ਤਾਂ ਉਹ ਦੂਰ ਦੀ ਗੱਲ ਹੈ ਉਹਨਾਂ ਦੇ ਲਈ। ਤਾਂ ਸਾਡਾ ਓਵਰਆਰਕਿੰਗ ਚੈਲੰਜ ਕੀ ਹੈ? ਓਵਰਆਰਕਿੰਗ ਦਾ ਮਤਲਬ ਦਾ ਮੋਸਟ ਇੰਪੋਰਟੈਂਟ, ਬਹੁਤ ਜ਼ਿਆਦਾ ਜ਼ਰੂਰੀ ਜਿਹੜੀ ਸਾਡੇ ਸਾਹਮਣੇ ਚੁਣੌਤੀ ਖੜੀ ਹੈ ਆਫ ਓਵਰ ਟਾਈਮ, ਸਾਡੇ ਸਮੇਂ ਦੀ, ਉਹ ਇਹ ਹੈ ਕਿ ਅਸੀਂ ਗਲੋਬਲਾਈਜੇਸ਼ਨ ਨੂੰ ਸਿਰਫ ਮਾਰਕੀਟ ਜਾਂ ਬਿਗਰ ਮਾਰਕੀਟ ਹੀ ਬਣਾ ਕੇ ਨਾ ਰੱਖੀਏ ਅਸੀਂ। ਮਤਲਬ ਦੇਖੋ ਨਾ, ਗਲੋਬਲਾਈਜੇਸ਼ਨ ਦਾ ਮਤਲਬ ਇਹ ਵੀ ਲਿਆ ਜਾਂਦਾ ਹੈ ਕਿ ਦੇਖੋ ਇੰਡੀਆ ਦੇ ਵਿੱਚ ਸਾਨੂੰ ਜੇ ਕੋਈ ਬ੍ਰਾਂਡਡ ਚੀਜ਼ ਚਾਹੀਦੀ ਹੈ ਤਾਂ ਸਾਨੂੰ ਮਿਲ ਜਾਂਦੀ ਹੈ, USA ਦੀ ਮੇਡ ਹੋਵੇ, ਜਾਪਾਨ ਦੀ ਮੇਡ ਹੋਵੇ। ਮੰਨ ਲਓ ਤੁਹਾਨੂੰ ਐਪਲ ਦਾ ਫੋਨ ਚਾਹੀਦਾ ਹੈ, ਜਾਂ ਵੱਡੇ ਵੱਡੇ ਬ੍ਰਾਂਡਸ ਦੇ ਤੁਹਾਨੂੰ ਸ਼ੂਜ਼ ਚਾਹੀਦੇ ਆ, ਜਾਂ ਤੁਹਾਨੂੰ ਜੀਨਸ ਜਾਂ ਤੁਹਾਡੇ ਕੋਸਟਿਊਮ ਜੋ ਵੀ ਚਾਹੀਦਾ ਹੈ, ਤਾਂ ਜੇ ਤੁਹਾਡੇ ਕੋਲ ਪੈਸੇ ਆ ਤਾਂ ਤੁਸੀਂ ਉਹ ਲੈ ਸਕਦੇ ਹੋ। ਤਾਂ ਇੱਕ ਤਰ੍ਹਾਂ ਦੀ ਗਲੋਬਲਾਈਜੇਸ਼ਨ ਕੀ ਹੋ ਰਹੀ ਹੈ, ਉਹ ਮਾਰਕੀਟ ਬਣਦੀ ਜਾ ਰਹੀ ਹੈ ਕਿਸੇ ਵੀ ਦੇਸ਼ ਦੇ ਲਈ। ਕੋਫੀ ਅਨਾਨ ਇੱਥੇ ਹੀ ਗੱਲ ਕਰ ਰਹੇ ਨੇ, ਕਹਿੰਦੇ ਅਸੀਂ ਗਲੋਬਲਾਈਜੇਸ਼ਨ ਨੂੰ ਮਾਰਕੀਟ ਨਹੀਂ ਬਣਾਉਣਾ, ਅਸੀਂ ਇਸ ਨੂੰ ਇਸ ਤੋਂ ਅੱਗੇ ਲੈ ਕੇ ਜਾਣਾ ਹੈ। ਫਿਰ ਉਹ ਅੱਗੇ ਕਹਿੰਦੇ ਨੇ, ਟੂ ਮੇਕ ਅ ਸਕਸੈਸ ਆਫ ਦਿਸ ਗ੍ਰੇਟ ਅਪਹੀਵਲ ਵੀ ਮਸਟ ਲਰਨ ਹਾਊ ਟੂ ਗਵਰਨ ਬੈਟਰ ਐਂਡ ਅਬਵ ਆਲ ਹਾਊ ਟੂ ਗਵਰਨ ਬੈਟਰ ਟੂਗੈਦਰ। ਕਹਿੰਦੇ ਜੇਕਰ ਅਸੀਂ ਗਲੋਬਲਾਈਜੇਸ਼ਨ ਨੂੰ ਸਕਸੈਸ ਬਣਾਉਣਾ ਹੈ, ਇਸ ਨੂੰ ਸਫਲ ਬਣਾਉਣਾ ਹੈ, ਤਾਂ ਇਹ ਸਫਲ ਕਿੱਥੇ ਹੋਏਗਾ? ਕਿਉਂਕਿ ਗ੍ਰੇਟ ਅਪਹੀਵਲ ਹੈ, ਇੱਕ ਵੱਡਾ ਟਾਸਕ ਹੈ, ਇੱਕ ਬਹੁਤ ਵੱਡੀ ਚੇਂਜ ਸਾਨੂੰ ਲਿਆਉਣੀ ਪਏਗੀ। ਅਪਹੀਵਲ ਦਾ ਮਤਲਬ ਹੁੰਦਾ ਬਟਿਓ ਆ ਬਿਗ ਚੇਂਜ, ਬਸ ਇੱਕ ਵੱਡੀ ਚੇਂਜ ਲੈ ਕੇ ਆਈਏ। ਤਾਂ ਉਸ ਦੇ ਲਈ ਸਾਨੂੰ ਕੀ ਕਰਨਾ ਪਏਗਾ? ਸਾਨੂੰ ਵੀ ਮਸਟ ਲਰਨ, ਸਾਨੂੰ ਇਹ ਸਿੱਖਣਾ ਪਵੇਗਾ ਕਿ ਅਸੀਂ ਗਵਰਨ ਬੈਟਰ ਕਿਵੇਂ ਕਰੀਏ, ਅਸੀਂ ਵਧੀਆ ਸ਼ਾਸਨ ਕਿਵੇਂ ਚਲਾਈਏ। ਅਸੀਂ ਆਪਣੇ ਦੇਸ਼ ਦਾ, ਜੋ ਦੇਸ਼ ਦੀ ਸਰਕਾਰ ਹੈ, ਉਸਨੂੰ ਇਹ ਸੋਝੀ ਹੋਵੇ ਕਿ ਅਸੀਂ ਕਿਸ ਤਰ੍ਹਾਂ ਵਧੀਆ ਸ਼ਾਸਨ ਹੋਰ ਚਲਾਈਏ। ਅਤੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਗੱਲ ਹੈ, ਹਾਊ ਟੂ ਗਵਰਨ ਬੈਟਰ ਟੂਗੈਦਰ, ਅਸੀਂ ਆਪਸ 'ਚ ਮਿਲ ਕੇ, ਕਈ ਦੇਸ਼, ਮਤਲਬ ਇੱਕ ਦੇਸ਼ ਦੀ ਗੱਲ ਨਹੀਂ ਹੋ ਰਹੀ, ਸਾਰੇ ਦੇਸ਼ਾਂ ਦੀ ਗੱਲ ਹੋ ਰਹੀ ਹੈ ਕਿ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਆਪਸ 'ਚ ਮਿਲ ਕੇ ਚੰਗੀ ਤਰ੍ਹਾਂ ਸ਼ਾਸਨ ਚਲਾਉਣ, ਤਾਂ ਕਿ ਜੇ ਸਪੋਜ਼ ਕਰੋ ਕਿ ਕਿਸੇ ਕੰਟਰੀ ਦੇ ਵਸਨੀਕ ਗਰੀਬ ਨੇ, ਤਾਂ ਉਹਨਾਂ ਨੂੰ ਵੀ ਉਹਨਾਂ ਦੀ ਗਰੀਬੀ ਤੋਂ ਉੱਪਰ ਉਠਾਈਏ, ਉਹਨਾਂ ਨੂੰ ਵੀ ਅਸੀਂ ਗਲੋਬਲਾਈਜੇਸ਼ਨ ਦੀ ਸਟਰੀਮ ਦੇ ਵਿੱਚ ਲੈ ਕੇ ਆਈਏ, ਉਸ ਧਾਰਾ ਦਾ ਅਸੀਂ ਉਹਨਾਂ ਨੂੰ ਹਿੱਸਾ ਬਣਾਈਏ। ਤਾਂ ਇਸ ਪੈਰੇ ਦੇ ਵਿੱਚ ਕੋਫੀ ਅਨਾਨ ਇਸ ਗਲੋਬਲਾਈਜੇਸ਼ਨ ਦੇ ਅਸਲੀ ਮੰਤਵ ਦਾ ਜ਼ਿਕਰ ਕਰਦੇ ਨੇ। ਐਸੇ ਦੇ ਅਗਲੇ ਹਿੱਸੇ ਦੇ ਵਿੱਚ ਕੋਫੀ ਅਨਾਨ ਸੰਸਾਰ ਵਿਚਲੀਆਂ ਜੋ ਪ੍ਰੋਬਲਮਸ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ। ਵਟ ਆਰ ਦੀਜ਼ ਗਲੋਬਲ ਇਸ਼ੂਜ਼? ਕਹਿੰਦੇ ਗਲੋਬਲ ਇਸ਼ੂਜ਼ ਕਿਹੜੇ ਨੇ, ਜਾਂ ਵਿਸ਼ਵ ਦੇ ਮਾਮਲੇ ਕੀ ਨੇ ਜੋ ਅੱਜ ਕੱਲ੍ਹ ਚੱਲ ਰਹੇ ਨੇ। ਹੁਣ ਉਹਨਾਂ ਨੇ ਕਿਹਾ ਕਿ ਆਈ ਹੈਵ ਗਰੁੱਪ ਦੈਮ ਅੰਡਰ 3 ਹੈਡਿੰਗਸ। ਕੋਫੀ ਅਨਾਨ ਕਹਿੰਦੇ ਕਿ ਮੈਂ ਜਿੰਨੇ ਵੀ ਸੰਸਾਰ ਦੇ ਮਾਮਲੇ ਨੇ ਉਹਨਾਂ ਨੂੰ ਮੈਂ 3 ਹੈਡਿੰਗਸ ਦੇ ਵਿੱਚ ਗਰੁੱਪ ਕੀਤਾ ਹੈ, ਮਤਲਬ ਵਰਗੀਕਰਨ ਕੀਤਾ ਹੈ। 3 ਹੈਡਿੰਗਸ ਬਣਾਏ ਨੇ, 3 ਸਿਰਲੇਖ ਬਣਾਏ ਨੇ, each of which I relate to a fundamental human freedom। ਤੇ ਉਹਨਾਂ ਸਾਰਿਆਂ ਨੂੰ ਮੈਂ ਮਨੁੱਖ ਦੀਆਂ ਜਿਹੜੀਆਂ ਫੰਡਾਮੈਂਟਲ ਫਰੀਡਮ ਹੈ, ਫੰਡਾਮੈਂਟਲ ਮਤਲਬ ਜੋ ਮੁੱਢਲੀ ਫਰੀਡਮ, ਆਜ਼ਾਦੀ ਹੈ, ਉਸ ਦੇ ਨਾਲ ਉਸ ਨੂੰ ਰਿਲੇਟ ਕੀਤਾ, ਉਸ ਦੇ ਨਾਲ ਉਸ ਨੂੰ ਸੰਬੰਧ ਸਥਾਪਿਤ ਕੀਤਾ ਹੈ। ਹੁਣ ਉਹ ਕਿਹੜੀਆਂ ਕਿਹੜੀਆਂ ਫਰੀਡਮ ਨੇ? ਫਰੀਡਮ ਫਰੋਮ ਵਾਂਟ, ਕਮੀ ਤੋਂ ਆਜ਼ਾਦੀ, ਵਾਂਟ ਦਾ ਮਤਲਬ ਇੱਥੇ ਕਮੀ ਹੈ। ਫਰੀਡਮ ਫਰੋਮ ਫੀਅਰ, ਡਰ ਤੋਂ ਆਜ਼ਾਦੀ। ਐਂਡ ਦਾ ਫਰੀਡਮ ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ ਦੇਅਰ ਲਾਈਵਸ ਔਨ ਦਿਸ ਪਲੈਨਟ। ਅਤੇ ਫਿਊਚਰ ਜਨਰੇਸ਼ਨ, ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਉਹਨਾਂ ਦੀ ਇਸ ਗੱਲ ਤੋਂ ਆਜ਼ਾਦੀ ਕਿ ਉਹ ਆਪਣੀ ਲਾਈਫ ਨੂੰ ਟੂ ਸਸਟੇਨ, ਕਿ ਉਹ ਬਣਾ ਕੇ ਰੱਖ ਸਕਣ ਆਪਣੀ ਲਾਈਫ ਨੂੰ, ਆਪਣੀਆਂ ਜ਼ਿੰਦਗੀਆਂ ਨੂੰ, ਇਸ ਪਲੈਨਟ 'ਤੇ, ਇਸ ਧਰਤੀ ਦੇ ਗ੍ਰਹਿ 'ਤੇ ਆਪਣੀ ਜ਼ਿੰਦਗੀ ਉਹ ਬਣਾ ਕੇ ਰੱਖ ਸਕਣ, ਅਤੇ ਉਹ ਵੀ ਆਜ਼ਾਦੀ ਉਹਨਾਂ ਨੂੰ ਹੋਵੇ। ਤਾਂ ਸਭ ਤੋਂ ਪਹਿਲਾਂ ਉਹ ਫਸਟ ਫਰੀਡਮ ਫਰੋਮ ਵਾਂਟ, ਉਹ ਸਭ ਤੋਂ ਪਹਿਲਾਂ ਕਿਹੜੀ ਫਰੀਡਮ ਦਾ ਜ਼ਿਕਰ ਕਰਦੇ ਨੇ? ਫਰੀਡਮ ਫਰੋਮ ਵਾਂਟ, ਮਤਲਬ ਕਮੀ ਤੋਂ ਆਜ਼ਾਦੀ। ਹੁਣ ਇੱਥੇ ਵਾਂਟ ਦਾ ਮਤਲਬ ਬੱਚਿਓ ਕਮੀ, ਜਿਵੇਂ ਮੈਂ ਦੱਸਿਆ। ਹੁਣ ਕਿਹੜੀਆਂ ਕਮੀਆਂ ਨੇ ਜਿਨ੍ਹਾਂ ਤੋਂ ਸਾਡੇ ਲੋਕਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ? ਤਾਂ ਇਸ ਦੇ ਬਾਰੇ ਉਹਨਾਂ ਨੇ ਅਗਲੀਆਂ ਲਾਈਨਸ ਦੇ ਵਿੱਚ ਡਿਸਕਸ ਕੀਤਾ ਹੈ। How can we call human beings free and equal in dignity when over a billion of them are struggling to survive on less than $1 a day? ਕਹਿੰਦੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਰੇ ਸੰਸਾਰ ਦੇ ਜੋ ਇਨਸਾਨ ਨੇ ਉਹ ਫ੍ਰੀ ਨੇ, ਆਜ਼ਾਦ ਨੇ ਅਤੇ ਇਕੁਅਲ ਨੇ? ਕਿਹਦੇ ਵਿੱਚ? ਇਨ ਡਿਗਨਿਟੀ ਵਿੱਚ, ਸਨਮਾਨ ਦੇ ਵਿੱਚ, ਉਹਨਾਂ ਨੂੰ ਬਰਾਬਰ ਸਨਮਾਨ ਮਿਲਦਾ ਹੈ ਹਰ ਕਿਤੇ। ਉਹ ਫ੍ਰੀ ਨੇ, ਅਸੀਂ ਕਿਵੇਂ ਕਹਿ ਸਕਦੇ ਹਾਂ ਜਦੋਂ ਕਿ ਉਹਨਾਂ ਦੇ ਵਿੱਚੋਂ ਓਵਰ ਅ ਬਿਲੀਅਨ, 100 ਕਰੋੜ ਤੋਂ ਜ਼ਿਆਦਾ, 100 ਕਰੋੜ ਦਾ ਮਤਲਬ 10 ਦੀ ਸ਼ਕਤੀ 9, 100 ਕਰੋੜ ਤੋਂ ਜ਼ਿਆਦਾ ਲੋਕ ਸਟਰਗਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਜ਼ਿੰਦਗੀ ਨੂੰ ਜੀਣ ਦੇ ਲਈ। ਕਿਵੇਂ? ਕਿਉਂਕਿ ਉਹਨਾਂ ਨੂੰ ਇੱਕ ਦਿਨ ਦੇ ਵਿੱਚ $1 ਵੀ ਨਹੀਂ ਮਿਲਦਾ।
ਮਤਲਬ ਉਹਨਾਂ ਦੀ ਕਮਾਈ ਇੰਨੀ ਥੋੜ੍ਹੀ ਹੈ, $1 ਦਾ ਮਤਲਬ ਬੱਚਿਓ 70-75 ਰੁਪਏ ਹੁੰਦੇ ਨੇ, ਉਹਨਾਂ ਨੂੰ ਇੰਨੇ ਵੀ ਪੈਸੇ ਨਹੀਂ ਮਿਲਦੇ ਪੂਰੇ ਦਿਨ 'ਚ। ਅਤੇ ਇੱਥੋਂ ਤੱਕ ਕਿ ਉਹਨਾਂ ਨੂੰ ਵਿਦਆਊਟ ਸੇਫ ਡਰਿੰਕਿੰਗ ਵਾਟਰ, ਉਹਨਾਂ ਨੂੰ ਸਾਫ਼ ਵਧੀਆ ਪਾਣੀ ਪੀਣ ਲਈ ਨਹੀਂ ਮਿਲਦਾ। ਐਂਡ ਵੈਨ ਹਾਫ ਆਫ ਆਲ ਹਿਊਮੈਨਿਟੀ ਲੈਕਸ ਐਡਿਕੁਏਟ ਸੈਨੀਟੇਸ਼ਨ, ਅਤੇ ਦੁਨੀਆ ਦੀ ਅੱਧੀ ਆਬਾਦੀ, ਹਾਫ ਆਫ ਆਲ ਹਿਊਮੈਨਿਟੀ, ਅੱਧੀ ਆਬਾਦੀ ਨੂੰ ਜੋ ਸਹੀ ਮਿਲਣਾ ਚਾਹੀਦਾ ਹੈ, ਐਡਿਕੁਏਟ ਜੋ ਪ੍ਰੋਪਰ ਉਹਨਾਂ ਨੂੰ ਸਹੀ ਸੈਨੀਟੇਸ਼ਨ ਮਿਲਣੀ ਚਾਹੀਦੀ ਹੈ, ਸਾਫ਼ ਸਫਾਈ ਵਾਲੀ ਜਗ੍ਹਾ ਮਿਲਣੀ ਚਾਹੀਦੀ ਹੈ, ਹਾਈਜੀਨ ਵਾਲੀ ਜਗ੍ਹਾ ਮਿਲਣੀ ਚਾਹੀਦੀ ਹੈ, ਉਸ ਨੂੰ ਵੀ ਉਹ ਲੈਕ ਕਰਦੇ ਨੇ, ਮਤਲਬ ਉਹਨੂੰ ਨਹੀਂ ਮਿਲਦਾ। ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਫਿਰ ਸਾਰੀ ਦੁਨੀਆ ਦੇ ਇਨਸਾਨ ਬਰਾਬਰ ਨੇ? Some of us are worrying about whether the stock market will crash or struggling to master our latest computer, while more than half our fellow men and women have much more basic worries such as where their children's next meal is coming from। ਹੁਣ ਇੱਥੇ ਬੱਚਿਓ ਇਸ ਲਾਈਨ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨਾਂ ਦਾ ਕਾਫੀ ਅਨਾਨ ਨੇ ਜ਼ਿਕਰ ਕੀਤਾ। ਕਹਿੰਦੇ ਸਾਡੇ ਵਿੱਚੋਂ ਕੁਛ, ਪਹਿਲੀ ਗੱਲ ਦੇਖਣ ਵਾਲੀ ਗੱਲ ਹੈ, ਸਮ ਆਫ ਅਸ ਦਾ ਮਤਲਬ ਸਾਡੇ ਵਿੱਚੋਂ ਕੁਛ, ਉਹਨਾਂ ਨੂੰ ਤਾਂ ਚਿੰਤਾ ਹੀ ਲੱਗੀ ਰਹਿੰਦੀ ਹੈ, ਵਰਿੰਗ ਅਬਾਊਟ, ਕਿ ਉਹਨਾਂ ਨੇ ਜਿਹੜੇ ਪੈਸੇ ਸਟਾਕ ਮਾਰਕੀਟ 'ਚ ਸ਼ੇਅਰ ਵਾਲੇ ਬਾਜ਼ਾਰ ਦੇ ਵਿੱਚ ਪੈਸੇ ਲਾਏ ਹੋਏ ਨੇ, ਉਹ ਕਿਤੇ ਕਰੈਸ਼ ਹੀ ਨਾ ਕਰ ਜਾਣ, ਮਤਲਬ ਕਿਤੇ ਡੁੱਬੀ ਨਾ ਜਾਣ ਪੈਸੇ ਉਹਨਾਂ ਦੇ, ਜਾਂ ਫਿਰ ਉਹ ਉਹਨਾਂ ਨੂੰ ਇਸ ਗੱਲ ਦੀ ਉਹਨਾਂ ਨੂੰ ਲੱਗੀ ਰਹਿੰਦੀ ਹੈ ਪ੍ਰੋਬਲਮ, ਸਟਰਗਲ ਕਰਦੇ ਨੇ ਕਿ ਜਿਹੜਾ ਮੈਨੇ ਹੁਣ ਆਪਣਾ ਲੇਟੈਸਟ ਕੰਪਿਊਟਰ ਖਰੀਦਿਆ, ਮੈਂ ਇਹਦੇ 'ਚ ਪੂਰੀ ਤਰ੍ਹਾਂ ਮਾਸਟਰ ਹੋ ਜਾ, ਮੈਂ ਨਵਾਂ ਕੰਪਿਊਟਰ ਲਿਆ ਜਾਂ ਨਵਾਂ ਮੋਬਾਈਲ ਲਿਆ, ਉਹਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਉਹਨੂੰ ਚਲਾਉਣਾ ਆ ਜੇ। ਇਹ ਪ੍ਰੋਬਲਮ ਤਾਂ ਕੁਛ ਕੁ ਦੀ ਹੈ, ਸਮ ਆਫ ਅਸ ਹੈ। ਇਹ ਵਾਲੀ ਪ੍ਰੋਬਲਮ ਜਿਹੜੀ ਅਮੀਰੀ ਵਾਲੀ ਪ੍ਰੋਬਲਮ ਹੈ, ਇਹ ਤਾਂ ਕੁਛ ਕੁ ਦੀ ਹੈ। ਵਾਈਲ ਮੋਰ ਦੈਨ ਹਾਫ ਆਵਰ ਫੈਲੋ ਮੈਨ, ਕਿ ਸਾਡੇ ਤੋਂ ਜ਼ਿਆਦਾ ਮਤਲਬ ਕਿ ਲਗਭਗ ਅੱਧੇ ਬੰਦੇ ਅਤੇ ਔਰਤਾਂ, ਉਹਨਾਂ ਨੂੰ ਤਾਂ ਬੇਸਿਕ ਵਰੀਜ਼ ਨੇ, ਮਤਲਬ ਬਹੁਤ ਹੀ ਮੁੱਢਲੀਆਂ ਉਹਨਾਂ ਨੂੰ ਵਰੀਜ਼ ਲੱਗੀਆਂ ਹੋਈਆਂ, ਚਿੰਤਾਵਾਂ ਲੱਗੀਆਂ ਹੋਈਆਂ ਨੇ। ਕਿਵੇਂ? ਕਿ ਉਹਨਾਂ ਦੇ ਜਿਹੜੇ ਬੱਚੇ ਦਾ ਅਗਲਾ ਖਾਣਾ, ਨੈਕਸਟ ਮੀਲ, ਉਹ ਕਿੱਥੋਂ ਆਏਗਾ। ਤਾਂ ਹੁਣ ਤੁਸੀਂ ਦੇਖੋ ਦੁਨੀਆ ਦੀ ਇੱਕ ਤੁਸੀਂ ਤਰਾਜ਼ਦੀ ਦੇਖੋ ਕਿ ਦੁਨੀਆ ਦੇ ਕੁਛ ਇਨਸਾਨ ਕੋਲ ਤਾਂ ਪੈਸਾ ਹੈ, ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਇਹ ਪੈਸਾ ਇਨਵੈਸਟ ਕਰੀਏ, ਕਿਤੇ ਡੁੱਬ ਨਾ ਜਾਵੇ। ਬਾਕੀ ਜ਼ਿਆਦਾਤਰ ਲੋਕਾਂ ਦੀ ਤਾਂ ਦਿੱਕਤ ਇਹ ਹੈ ਬੱਚਿਓ ਕਿ ਉਹਨਾਂ ਨੂੰ ਤਾਂ ਖਾਣ ਦਾ ਜੋ ਦੋ ਵਕਤ ਦਾ ਖਾਣਾ ਵੀ ਨਹੀਂ ਮਿਲਦਾ। ਤਾਂ ਕਿੱਡੀ ਵੱਡੀ ਇਸ ਪੈਰੇ ਦੇ ਵਿੱਚ ਇਸ ਗਲੋਬਲਾਈਜੇਸ਼ਨ ਵਾਲੇ ਦੁਨੀਆ ਦੀ ਤਰਾਜ਼ਦੀ ਦਾ ਜ਼ਿਕਰ ਕੀਤਾ ਹੈ ਕੋਫੀ ਅਨਾਨ ਨੇ। The second main heading is freedom from fear। ਤਾਂ ਕੋਫੀ ਅਨਾਨ ਨੇ ਪਹਿਲੀ ਫਰੀडम ਫਰੋਮ ਵਾਂਟ ਦਾ ਜ਼ਿਕਰ ਕੀਤਾ ਹੈ, ਹੁਣ ਉਹ ਦੂਸਰੀ ਹੈਡਿੰਗ ਦਾ ਜ਼ਿਕਰ ਕਰ ਰਹੇ ਨੇ, ਉਹ ਹੈ ਫਰੀडम ਫਰੋਮ ਫੀਅਰ, ਡਰ ਤੋਂ ਆਜ਼ਾਦੀ। Wars between states are mercifully less frequent than they used to be। ਰਾਜਾਂ ਦੇ ਵਿਚਕਾਰ ਦੀਆਂ ਲੜਾਈਆਂ, ਮਤਲਬ ਦੇਸ਼ਾਂ ਦੇ ਵਿਚਕਾਰ ਦੀਆਂ ਜਿਹੜੀਆਂ ਲੜਾਈਆਂ ਨੇ, ਉਹ ਕਿਸਮਤ ਦੇ ਨਾਲ, ਮਰਸੀਫੁਲੀ ਦਾ ਮਤਲਬ ਫੋਰਚੂਨੇਟਲੀ, ਕਿਸਮਤ ਦੇ ਨਾਲ ਹੁਣ ਘਟ ਗਈਆਂ ਨੇ, ਲੈਸ ਫ੍ਰੀਕੁਐਂਟ ਹੋ ਗਈਆਂ ਨੇ, ਜਿਵੇਂ ਕਿ ਪਹਿਲਾਂ ਹੁੰਦੀਆਂ ਸੀ। ਤੁਹਾਨੂੰ ਪਤਾ ਹੈ ਬੱਚਿਓ, ਪਹਿਲੇ ਵਿਸ਼ਵ ਯੁੱਧ ਜਾਂ ਦੂਜੇ ਵਿਸ਼ਵ ਯੁੱਧ ਦੇ ਟਾਈਮ ਜਾਂ ਉਸ ਤੋਂ ਪਹਿਲਾਂ ਦੇ ਟਾਈਮ ਲੜਾਈਆਂ ਬਹੁਤ ਹੁੰਦੀਆਂ ਸੀ, ਲੇਕਿਨ ਅੱਜ ਕੱਲ੍ਹ ਦੇਸ਼ਾਂ ਦੇ ਵਿਚਕਾਰ ਲੜਾਈਆਂ ਨਹੀਂ ਹੁੰਦੀਆਂ। ਬਟ ਇਨ ਦ ਲਾਸਟ ਡੈਕੇਡ ਇੰਟਰਨਲ ਵਾਰਸ ਹੈਵ claimed more than 5 million lives and driven many times that number of people from their homes। ਪਰ ਪਿਛਲੇ ਦਹਾਕਿਆਂ ਦੇ ਵਿੱਚ, ਦਹਾਕਿਆਂ ਦੇ ਵਿੱਚ ਜਿਹੜੀਆਂ ਇੰਟਰਨਲ ਵਾਰਸ ਨੇ, ਹੁਣ ਬੱਚਿਓ ਇੰਟਰਨਲ ਵਾਰ ਦਾ ਮਤਲਬ ਕੀ ਹੈ? ਇੰਟਰਨਲ ਵਾਰ ਦਾ ਮਤਲਬ ਦੇਸ਼ਾਂ ਦੇ ਵਿਚਕਾਰ ਦੀਆਂ ਲੜਾਈਆਂ ਦਾ ਨਹੀਂ ਹੈ, ਜਿਹੜੇ ਦੇਸ਼ਾਂ ਦੇ ਅੰਦਰ ਖਿੱਤੇ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ, ਮਤਲਬ ਉੱਥੇ ਆਪਸੀ ਗੁੱਟਾਂ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ, ਦੂਜੋ ਦੇਸ਼ ਦੇ ਅੰਦਰ ਹੋ ਰਹੀਆਂ ਨੇ, ਉਹਨੂੰ ਇੰਟਰਨਲ ਵਾਰਸ ਕਿਹਾ ਗਿਆ ਹੈ। ਕਿ ਜਿਹੜੀਆਂ ਅੰਦਰੂਨੀਆਂ ਲੜਾਈਆਂ ਨੇ, ਉਹਨਾਂ ਨੇ 5 ਮਿਲੀਅਨਸ ਲਾਈਵ, ਮਤਲਬ 50 ਲੱਖ ਤੋਂ ਜ਼ਿਆਦਾ, ਮੋਰ ਦੈਨ, ਜਿਹੜੀਆਂ ਡੈਥ ਹੋਈਆਂ ਨੇ ਲੋਕਾਂ ਦੀਆਂ ਉਸ ਇੰਟਰਨਲ ਵਾਰ ਦੇ ਨਾਲ, ਅੰਦਰੂਨੀ ਝਗੜਿਆਂ ਦੇ ਕਰਕੇ। Moreover, we still live under the shadow of weapons of mass destruction। ਇਸ ਤੋਂ ਵੀ ਜ਼ਿਆਦਾ ਕਹਿੰਦੇ ਅਸੀਂ ਸਮੂਹਿਕ ਵਿਨਾਸ਼ ਵਾਲੇ ਹਥਿਆਰਾਂ ਦੀ ਸ਼ੈਡੋ ਦੇ ਵਿੱਚ, ਉਹਨਾਂ ਦੇ ਪਰਛਾਵੇਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਮਾਸ ਡਿਸਟਰਕਸ਼ਨ ਵਾਲੇ ਹਥਿਆਰ ਕਿਹੜੇ ਨੇ ਬੱਚਿਓ? ਵੈਪਨਸ ਕਿਹੜੇ ਨੇ? ਨਿਊਕਲੀਅਰ ਹਥਿਆਰ, ਜੋ ਕਿ ਬਹੁਤ ਹੀ ਵਿਨਾਸ਼ਕਾਰੀ ਨੇ। 1945 ਸੈਕਿੰਡ ਵਰਲਡ ਵਾਰ ਦੀ ਜਾਪਾਨ, ਹੀਰੋਸ਼ੀਮਾ, ਨਾਗਾਸਾਕੀ, ਅਸੀਂ ਉਹਨਾਂ ਦੇ ਨਤੀਜੇ ਦੇਖ ਚੁੱਕੇ। ਸਟੂਡੈਂਟਸ, ਇਸ ਪੈਰੇ ਦੇ ਵਿੱਚ ਕੋਫੀ ਅਨਾਨ ਜਿਹੜੀ ਇੰਟਰਨਲ ਕੌਨਫਲਿਕਟਸ ਚੱਲ ਰਹੇ ਨੇ, ਅੰਦਰੂਨੀ ਝਗੜੇ ਦੇਸ਼ਾਂ ਦੇ ਚੱਲ ਰਹੇ ਨੇ ਗਰੁੱਪਸ ਦੇ ਵਿਚਕਾਰ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ, ਉਸ ਦੇ ਬਾਰੇ ਜ਼ਿਕਰ ਕਰਦੇ ਹਾਂ। ਕਹਿੰਦੇ ਵੀ ਮਸਟ ਡੂ ਮੋਰ ਟੂ ਪ੍ਰੀਵੈਂਟ ਕੌਨਫਲਿਕਟਸ ਹੈਪਨਿੰਗ ਐਟ ਆਲ। ਕਹਿੰਦੇ ਸਾਨੂੰ ਇਹ ਜਿਹੜੇ ਕੌਨਫਲਿਕਟਸ ਚੱਲ ਰਹੇ ਨੇ, ਝਗੜੇ, ਕੌਨਫਲਿਕਟਸ ਦਾ ਮਤਲਬ ਝਗੜੇ ਚੱਲ ਰਹੇ ਨੇ, ਇਹਨੂੰ ਸਾਨੂੰ ਰੋਕਣਾ ਚਾਹੀਦਾ ਹੈ, ਅਤੇ ਇਸ ਦੇ ਲਈ ਸਾਨੂੰ ਡੂ ਮੋਰ, ਜ਼ਿਆਦਾ ਕਰਨ ਦੀ ਲੋੜ ਹੈ ਤਾਂ ਕਿ ਇਹ ਨਾ ਹੋਣ। ਮੋਸਟ ਕੌਨਫਲਿਕਟਸ ਹੈਪਨ ਇਨ ਪੂਅਰ ਕੰਟਰੀਜ਼। ਜ਼ਿਆਦਾਤਰ ਇਹ ਜਿਹੜੇ ਝਗੜੇ ਨੇ, ਅੰਦਰੂਨੀ ਝਗੜੇ, ਇਹ ਪੂਅਰ ਕੰਟਰੀਜ਼ ਦੇ ਵਿੱਚ ਹੁੰਦੇ ਨੇ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਅਫਰੀਕਾ ਦੇ ਵਿੱਚ ਜਾਂ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਅੰਦਰੂਨੀ ਝਗੜੇ ਦੀ ਸਾਨੂੰ ਜਾਣਕਾਰੀ ਮਿਲਦੀ ਰਹਿੰਦੀ ਹੈ ਅਖਬਾਰਾਂ ਜਾਂ ਨਿਊਜ਼ ਦੇ ਜ਼ਰੀਏ। ਸਪੈਸ਼ਲੀ ਦੋਜ਼ ਵਿਚ ਆਰ ਬੈਡਲੀ ਗਵਰਨਡ ਔਰ ਵੇਅਰ
power and wealth are very unfairly distributed between ethnic or religious groups। ਖਾਸ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਪੂਅਰ ਕੰਟਰੀਜ਼ ਦੇ ਵਿੱਚ ਝਗੜੇ ਚੱਲਦੇ ਨੇ ਜਿੱਥੇ ਕਿ ਬੈਡਲੀ ਗਵਰਨ ਨੇ ਮਤਲਬ ਉਹਨਾਂ ਦੀਆਂ ਸਰਕਾਰਾਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਬੁਰੀ ਤਰ੍ਹਾਂ ਕੰਮ ਕਰ ਰਹੀਆਂ ਨੇ ਸ਼ਾਸਨ ਔਰ ਜਾਂ ਫਿਰ ਜਿੱਥੇ ਪਾਵਰ ਤੇ ਵੈਲਥ ਸ਼ਕਤੀ ਅਤੇ ਧਨ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਜੋ ਵੰਡ ਹੈ ਉਹ ਅਨਫੇਅਰਲੀ ਹੈ ਮਤਲਬ ਸਹੀ ਤਰ੍ਹਾਂ ਨਹੀਂ ਹੋਈ ਕਿਹਦੇ ਵਿਚਕਾਰ ਐਥਨਿਕ ਜਾਂ ਰਿਲੀਜੀਅਸ ਗਰੁੱਪਸ ਦੇ ਵਿਚਕਾਰ ਰਿਲੀਜੀਅਸ ਤੁਹਾਨੂੰ ਪਤਾ ਬੱਚੇ ਉਹ ਧਾਰਮਿਕ ਗਰੁੱਪਾਂ ਨੂੰ ਕਿਹਾ ਜਾਂਦਾ ਹੈ ਸਮੂਹਾਂ ਨੂੰ ਕਿਹਾ ਜਾਂਦਾ ਹੈ ਐਥਨਿਕ ਦਾ ਮਤਲਬ ਕਿਸੇ ਖਾਸ ਤਰ੍ਹਾਂ ਦੇ ਕਲਚਰ ਨਾਲ ਰਿਲੇਟਿਡ ਲੋਕ ਹੁੰਦੇ ਆ ਉਹਨਾਂ ਨੂੰ ਅਸੀਂ ਐਥਨਿਕ ਗਰੁੱਪਸ ਕਹਿੰਦੇ ਆ ਤਾਂ ਕਈ ਵਾਰੀ ਕਿਸੇ ਗਰੁੱਪ ਕੋਲ ਜ਼ਿਆਦਾ ਪੈਸਾ ਹੁੰਦਾ ਬੱਚੇ ਦੂਸਰੇ ਗਰੁੱਪ ਕੋਲ ਘੱਟ ਪੈਸਾ ਹੁੰਦਾ ਤਾਂ ਉਹਨਾਂ ਦੇ ਵਿਚਕਾਰ ਪੈਸੇ ਦੇ ਲਈ ਜਾਂ ਸ਼ਕਤੀ ਦੇ ਲਈ ਆਪਸ ਦੇ ਵਿੱਚ ਇਹ ਜਿਹੇ ਝਗੜੇ ਹੁੰਦੇ ਨੇ ਸੋ ਦਾ ਬੈਸਟ ਵੇ ਟੂ ਪ੍ਰੀਵੈਂਟ conflict is to promote political arrangements in which all groups are fairly represented combined with human rights minority rights and broad based economic development ਤਾਂ ਸਭ ਤੋਂ ਵਧੀਆ ਤਰੀਕਾ ਕੀ ਹੈ ਬੈਸਟ ਵੇ ਕੀ ਹੈ ਕਿ ਅਸੀਂ ਇਹ ਕਨਫਲਿਕਟ ਜਿਹੜੇ ਨੇ ਝਗੜੇ ਉਹਨਾਂ ਨੂੰ ਰੋਕ ਸਕੀਏ ਕਿ ਅਸੀਂ ਪੋਲੀਟੀਕਲ ਅਰੇਂਜਮੈਂਟਸ ਜਿਹੜਾ ਸਾਡਾ ਰਾਜਨੀਤਿਕ ਢਾਂਚਾ ਹੈ ਉਸ ਨੂੰ ਅਸੀਂ ਇਹ ਸਾਰੇ ਗਰੁੱਪਾਂ ਦੇ ਵਿੱਚ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰੀਏ ਮਤਲਬ ਕਿ ਉਸ ਰਾਜਨੀਤਿਕ ਢਾਂਚੇ ਦੇ ਵਿੱਚ ਸਾਰੇ ਗਰੁੱਪਾਂ ਨੂੰ ਸ਼ਮੂਲੀਅਤ ਮਿਲੇ ਇਹ ਨਾ ਹੋਵੇ ਕਿ ਇੱਕੋ ਗਰੁੱਪ ਨੂੰ ਅਸੀਂ ਸ਼ਾਮਲ ਕਰੀ ਬਾਕੀਆਂ ਨੂੰ ਛੱਡ ਦਈਏ ਅਤੇ ਫਿਰ ਉਹਦੇ ਵਿੱਚ ਇਹ ਕੀ ਹੋਵੇ ਕਿ ਸਾਰਿਆਂ ਨੂੰ ਹਿਊਮਨ ਰਾਈਟਸ ਮਿਲਣ ਮਨੁੱਖੀ ਅਧਿਕਾਰ ਸਾਰਿਆਂ ਨੂੰ ਬਰਾਬਰ ਤੌਰ ਤੇ ਮਿਲਣ ਮਤਲਬ ਜੇ ਕਿਸੇ ਧਰਮ ਜਾਂ ਫਿਰਕੇ ਦੇ ਲੋਕ ਮਾਈਨੋਰਿਟੀ 'ਚ ਹੋਣ ਉਹਨਾਂ ਦੀ ਗਿਣਤੀ ਘੱਟ ਹੋਵੇ ਤਾਂ ਉਹਨਾਂ ਨੂੰ ਵੀ ਰਾਈਟਸ ਉਨੇ ਹੀ ਮਿਲਣ ਜਿੰਨੇ ਕਿ ਬਾਕੀ ਵੱਧ ਗਿਣਤੀ ਵਾਲੇ ਲੋਕਾਂ ਦੇ ਰਾਈਟਸ ਨੇ ਅਤੇ ਉਹਨਾਂ ਦਾ ਬਰੋਡ ਬੇਸਡ ਇਕਨੋਮਿਕ ਡਿਵੈਲਪਮੈਂਟ ਹੋਵੇ ਸਾਰਿਆਂ ਦੀ ਬਰੋਡ ਬੇਸ ਦਾ ਮਤਲਬ ਵਿਸਤ੍ਰਿਤ ਬਹੁਤ ਜ਼ਿਆਦਾ ਵਿਸ਼ਾਲ ਇਕਨੋਮਿਕ ਡਿਵੈਲਪਮੈਂਟ ਵੀ ਹੋਵੇ ਤੇ ਉਹਨਾਂ ਦੇ ਆਰਥਿਕ ਪੱਖੋਂ ਵੀ ਉਹਨਾਂ ਨੂੰ ਸਾਨੇ ਮਜ਼ਬੂਤ ਕਰਨਾ ਤੇ ਇਹ ਸਾਰੇ ਚੀਜ਼ਾਂ ਦੇ ਨਾਲ ਅਸੀਂ ਇਹ ਜਿਹੜੇ ਕੌਨਫਲਿਕਟਸ ਨੇ ਇਹ ਦੇਸ਼ਾਂ ਦੇ ਵਿਚਕਾਰ ਜੋ ਅੰਦਰੂਨੀ ਝਗੜੇ ਨੇ ਅਸੀਂ ਉਹਨਾਂ ਨੂੰ ਇਹਨਾਂ ਦੇ ਨਾਲ ਨਜਿੱਠ ਸਕਦੇ ਹਾਂ ਸਟੂਡੈਂਟਸ ਕੋਫੀ ਅਨਾਨ ਦੋਨੇ ਹੈਡਿੰਗਸ ਫਰੀडम फ्रॉम ਵਾਂਟ ਅਤੇ ਫਰੀडम फ्रॉम ਫੀਅਰ ਦਾ ਜ਼ਿਕਰ ਕਰਨ ਤੋਂ ਬਾਅਦ ਹੁਣ ਤੀਸਰੀ ਫਰੀडम ਦਾ ਜ਼ਿਕਰ ਕਰਦੇ ਨੇ The third fundamental freedom is one that is not clearly identified in the United Nations Charter because in 1945 our founders could scarcely imagine that it would ever be threatened. ਕਹਿੰਦੇ ਜਿਹੜਾ ਤੀਸਰਾ ਬੁਨਿਆਦੀ ਸਾਡੀ ਆਜ਼ਾਦੀ ਹੈ ਉਹ 1945 ਈਸਵੀ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਚਾਰਟਰ ਐਕਟ ਬਣਿਆ ਸੀ ਬੱਚੇ ਤੁਹਾਨੂੰ ਪਤਾ ਯੂਨਾਈਟਿਡ ਨੇਸ਼ਨ ਦੀ ਸਥਾਪਨਾ 1945 ਈਸਵੀ ਦੇ ਵਿੱਚ ਹੋਈ ਸੀ ਤੇ ਉੱਥੇ ਇਸ ਦਾ ਚਾਰਟਰ ਵੀ ਬਣਾਇਆ ਗਿਆ ਸੀ 1945 ਈਸਵੀ ਦੇ ਵਿੱਚ ਪਿਕ ਦੇ ਵਿੱਚ ਤੁਸੀਂ ਯੂਨਾਈਟਿਡ ਨੇਸ਼ਨ ਦੇ ਚਾਰਟਰ ਨੂੰ ਦੇਖ ਪਾ ਰਹੇ ਹੋ ਇਹ ਮੈਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਵੈਬਸਾਈਟ ਹੈ ਉੱਥੋਂ ਇਸ ਦੀ ਪਿਕ ਲੈ ਕੇ ਤੁਹਾਨੂੰ ਦਿਖਾ ਰਿਹਾ ਤਾਂ ਤੁਸੀਂ ਕੰਪਲੀਟ ਚਾਰਟਰ ਉੱਥੇ ਜਾ ਕੇ ਪੜ੍ਹ ਵੀ ਸਕਦੇ ਹੋ ਤਾਂ ਉਸ ਚਾਰਟਰ ਦੇ ਵਿੱਚ ਇਹ ਚੰਗੀ ਤਰ੍ਹਾਂ ਇਹ ਵਾਲੀ ਫਰੀडम ਪਰਿਭਾਸ਼ਿਤ ਨਹੀਂ ਕੀਤੀ ਗਈ ਆਇਡੈਂਟੀਫਾਈਡ ਨਹੀਂ ਕੀਤੀ ਗਈ ਕਿਉਂਕਿ ਉਸ ਸਮੇਂ ਦੇ ਜਿਹੜੇ ਫਾਊਂਡਰ ਸੀ ਸਾਡੇ ਸੰਸਥਾਪਕ 1945 ਦੇ ਯੂਐਨਓ ਦੇ ਜਿਹੜੇ ਫਾਊਂਡਰ ਮੈਂਬਰ ਸੀਗੇ ਉਹਨਾਂ ਨੇ ਇਹ ਇਮੇਜਿਨ ਨਹੀਂ ਸੀ ਕੀਤਾ ਸਕੈਰਸਿਟੀ ਦਾ ਮਤਲਬ ਬਿਲਕੁਲ ਵੀ ਇਮੇਜਿਨ ਨਹੀਂ ਸੀ ਕੀਤਾ ਸੋਚਿਆ ਨਹੀਂ ਸੀ ਕਿ ਇਹ ਜਿਹੜੀ ਫਰੀडम ਹੈ ਇਸ ਤੇ ਕਦੇ ਖਤਰਾ ਵੀ ਆਵੇਗਾ ਇਟ ਇਟ ਵੁੱਡ ਐਵਰ ਬੀ ਥ੍ਰੈਟਨਡ ਮਤਲਬ ਇਹ ਕਦੇ ਸਾਡੇ ਖਤਰੇ 'ਚ ਆ ਜਾਏਗੀ ਇਹ ਫਰੀडम ਇਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਚਾਰਟਰ ਦੇ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਉਹ ਕਿਹੜੀ ਫਰੀडम ਹੈ ਆਈ ਮੀਨ ਉਸ ਦਾ ਮੇਰੀ ਉਸ ਫਰੀडम ਤੋਂ ਮਤਲਬ ਹੈ ਦਾ ਫਰੀडम ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ देयर ਲਾਈਵਸ ਔਨ ਦਿਸ ਪਲੈਨਟ ਕਿ ਜਿਹੜੇ ਸਾਡੇ ਫਿਊਚਰ ਜਨਰੇਸ਼ਨਸ ਨੇ ਜੋ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਫਰੀडम ਮਿਲੇ ਉਹਨਾਂ ਨੂੰ ਆਜ਼ਾਦੀ ਮਿਲੇ ਕਿ ਉਹ ਇਸ ਪਲੈਨਟ ਦੇ ਉੱਪਰ ਇਸ ਧਰਤੀ ਦੇ ਗ੍ਰਹਿ ਦੇ ਉੱਪਰ ਆਪਣੀ ਲਾਈਵਸ ਨੂੰ ਸਸਟੇਨ ਕਰ ਸਕਣ ਆਪਣੀ ਲਾਈਵਸ ਨੂੰ ਉਸੇ ਤਰ੍ਹਾਂ ਜੀ ਸਕਣ ਜਿਵੇਂ ਕਿ ਅਸੀਂ ਜੀ ਰਹੇ ਹਾਂ even now, many of us have not understood how seriously that freedom is threatened. ਕਹਿੰਦੇ ਇੱਥੋਂ ਤੱਕ ਸਾਡੇ ਵਿੱਚੋਂ ਵੀ ਕਈ ਇੰਨੀ ਸੀਰੀਅਸਲੀ ਇਹ ਅੰਡਰਸਟੂਡ ਨਹੀਂ ਕਰ ਸਕਦੇ ਉਹਨਾਂ ਨੇ ਇਹ ਨਹੀਂ ਸਮਝਿਆ ਜਾਂ ਨਹੀਂ ਸੋਚਿਆ ਉਹਨਾਂ ਨੂੰ ਸਮਝ ਨਹੀਂ ਆਈ ਕਿ ਅਸੀਂ ਉਸ ਫਰੀडम ਨੂੰ ਕਿੰਨਾ ਜ਼ਿਆਦਾ ਖਤਰੇ 'ਚ ਪਾ ਲਿਆ ਕਹਿੰਦਾ ਮਤਲਬ ਜਦੋਂ 1945 ਦੇ ਵਿੱਚ ਜਿਹੜੇ ਸਾਡੇ ਫਾਊਂਡਰ ਮੈਂਬਰ ਸੀਗੇ ਉਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਜਾਂ ਉਹਨਾਂ ਨੇ ਤਾਂ ਇਹ ਸੋਚਿਆ ਹੀ ਨਹੀਂ ਸੀ ਕਿ ਇਹ ਫਰੀडम ਕਿੰਨੀ ਜ਼ਿਆਦਾ ਮੁਸ਼ਕਿਲ 'ਚ ਪੈ ਜਾਏਗੀ ਆਉਣ ਵਾਲੇ ਟਾਈਮ 'ਚ ਪਰ ਹਜੇ ਵੀ ਅੱਜ ਅਜੋਕੇ ਇਨਸਾਨ ਵੀ ਜੋ ਅੱਜ ਦੇ ਇਨਸਾਨ ਨੇ ਉਹ ਵੀ ਇਸ ਗੱਲ ਨੂੰ ਸੀਰੀਅਸਲੀ ਨਹੀਂ ਲੈ ਰਹੇ ਕਿ ਅਸੀਂ ਉਸ ਫਰੀडम ਨੂੰ ਕਿੰਨਾ ਜ਼ਿਆਦਾ ਖਤਰੇ 'ਚ ਪਾ ਰਹੇ ਹਾਂ If I could sum it up in one sentence, I should say we are plundering our children's heritage to pay for our present unsustainable practices. ਕਹਿੰਦੇ ਜੇਕਰ ਮੈਂ ਇੱਕ ਵਾਕ ਦੇ ਵਿੱਚ ਉਸ ਖਤਰੇ ਨੂੰ
ਮਤਲਬ ਦੱਸਾਂ, ਸਮ ਇਟ ਅਪ ਦਾ ਮਤਲਬ ਹੁੰਦਾ ਹੈ ਕਿ ਸੰਖੇਪ ਰੂਪ 'ਚ ਮੈਂ ਇੱਕ ਵਾਕ ਦੇ ਵਿੱਚ ਉਸ ਨੂੰ ਦੱਸਣਾ ਚਾਹਾਂ। ਸਮ ਇਟ ਅਪ ਬੱਚਿਓ ਇੱਕ ਫਰੇਜ਼ਲ ਵਰਬ ਹੈ, ਇਕੱਠੇ ਹੀ ਆਉਂਦੀ ਹੈ। ਸਮ ਇਟ ਅਪ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਸੰਖੇਪ ਰੂਪ ਦੇ ਵਿੱਚ ਦੱਸਣਾ। ਕਹਿੰਦੇ ਫਿਰ ਮੈਨੂੰ ਇਹ ਕਹਿਣਾ ਪਏਗਾ, ਆਈ ਸ਼ੁਡ ਸੇ ਵੀ ਆਰ ਪਲੰਡਰਿੰਗ ਆਵਰ ਚਿਲਡਰਨਸ ਹੈਰੀਟੇਜ। ਅਸੀਂ ਆਪਣੇ ਜਿਹੜੇ ਬੱਚਿਆਂ ਦੀ ਵਿਰਾਸਤ ਨੂੰ ਲੁੱਟ ਰਹੇ ਹਾਂ। ਪਲੰਡਰਿੰਗ ਦਾ ਮਤਲਬ ਹੁੰਦਾ ਬੱਚਿਓ ਲੁੱਟ ਮਾਰ ਕਰਨੀ। ਕਾਹਦੇ ਲਈ ਲੁੱਟਮਾਰ ਕਰ ਰਹੇ ਹਾਂ? ਫॉर ਆਵਰ ਪ੍ਰੈਜ਼ੈਂਟ ਅਨਸਸਟੇਨੇਬਲ ਪ੍ਰੈਕਟਿਸਿਸ, ਸਾਡੀਆਂ ਅਜੋਕੀਆਂ ਗਲਤ ਢੰਗਾਂ ਨੂੰ ਪੂਰਾ ਕਰਨ ਦੇ ਲਈ, ਜੋ ਸਾਡੀਆਂ ਜ਼ਿੰਦਗੀ ਦੀਆਂ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਅਸੀਂ ਪੂਰਾ ਕਰਨ ਦੇ ਲਈ ਅਸੀਂ ਉਹਨਾਂ ਦੀ ਵਿਰਾਸਤ ਦੀ ਲੁੱਟਮਾਰ ਕਰ ਰਹੇ ਹਾਂ ਅਤੇ ਗਲਤ ਤਰੀਕੇ ਨਾਲ ਕਰ ਰਹੇ ਹਾਂ। ਅਨਸਸਟੇਨੇਬਲ ਦਾ ਮਤਲਬ ਹੁੰਦਾ ਬੱਚਿਓ ਅਜਿਹੀ ਚੀਜ਼ ਜਿਹੜੀ ਕਿ ਸਦਾ ਲਈ ਨਹੀਂ ਚੱਲ ਸਕਦੀ। ਹੁਣ ਇੱਥੇ ਰਾਈਟਰ ਕਹਿਣਾ ਕੀ ਚਾਹੁੰਦਾ? ਰਾਈਟਰ ਇਹ ਕਹਿਣਾ ਚਾਹੁੰਦਾ ਹੈ, ਕਹਿੰਦਾ ਅਸੀਂ ਆਪਣੀ ਜ਼ਰੂਰਤਾਂ ਲਈ ਦੇਖੋ ਪੂਰਾ ਵਾਤਾਵਰਨ ਖਰਾਬ ਕਰ ਰਹੇ ਹਾਂ, ਇੰਡਸਟਰੀਆਂ ਲਾਤੀਆਂ, ਠੀਕ ਹੈ, ਲੇਕਿਨ ਇੰਡਸਟਰੀ ਲਾਤੀ, ਆਪਣੀ ਐਟਮੋਸਫੇਅਰ ਨੂੰ ਅਸੀਂ ਨਹੀਂ ਧਿਆਨ 'ਚ ਰੱਖਦੇ ਕਿ ਅਸੀਂ ਉਸ ਨੂੰ ਸਾਫ਼ ਵੀ ਰੱਖਣਾ ਹੈ। ਜੰਗਲਾਂ ਦੀ ਕਟਾਈ ਕਰ ਰਹੇ ਹਾਂ, ਪਾਣੀ ਨੂੰ ਦੂਸ਼ਿਤ ਕਰ ਰਹੇ ਹਾਂ, ਚਾਰੇ ਪਾਸੇ ਪ੍ਰਦੂਸ਼ਣ ਫੈਲਾ ਰਹੇ ਹਾਂ। ਇਹਦੇ ਨਾਲ ਹੋ ਕੀ ਰਿਹਾ ਹੈ? ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਫਿਊਚਰ ਜਨਰੇਸ਼ਨ ਹੈ, ਉਸ ਦੀ ਜ਼ਿੰਦਗੀ ਹੀ ਖਤਰੇ 'ਚ ਪੈ ਜਾਣੀ ਹੈ ਆਉਣ ਵਾਲੇ ਟਾਈਮ ਦੇ ਵਿੱਚ। ਤਾਂ ਅਸੀਂ ਪਲੰਡਰਿੰਗ ਕਰ ਰਹੇ ਹਾਂ, ਅਸੀਂ ਲੁੱਟ-ਮਾਰ ਕਰ ਰਹੇ ਹਾਂ। ਅਤੇ ਦੇਖੋ ਰਾਈਟਰ ਨੇ ਵੀ ਕਿਹਾ ਕਿ ਇਹ ਸਾਡੀ ਜਿਹੜੀ ਅਰਥ ਹੈ, ਇਟ ਇਜ਼ ਅਵਰ ਚਿਲਡਰਨਸ ਹੈਰੀਟੇਜ। ਇਹ ਸਾਡੇ ਬੱਚਿਆਂ ਦੀ ਵਿਰਾਸਤ ਹੈ। ਆਮ ਤੌਰ 'ਤੇ ਵਿਰਾਸਤ ਵੱਡਿਆਂ ਤੋਂ ਆਉਂਦੀ ਹੈ ਉਹਨਾਂ ਦੇ ਬੱਚਿਆਂ ਵੱਲ, ਲੇਕਿਨ ਇੱਥੇ ਦੇਖੋ ਰਾਈਟਰ ਨੇ ਕਿੰਨਾ ਅੱਛਾ ਵਰਡਸ ਲਿਖੇ ਨੇ। ਕਹਿੰਦੇ ਜਿਹੜੀ ਸਾਡੀ ਧਰਤੀ ਹੈ, ਇਹ ਸਾਡੀ ਚਿਲਡਰਨ ਦੀ ਹੈਰੀਟੇਜ ਹੈ, ਜਿਸ ਦੀ ਸਾਨੇ ਲੁੱਟ-ਮਾਰ ਮਚਾਈ ਹੋਈ ਹੈ। We must preserve our forests, fisheries, and the diversity of living species, all of which are close to collapsing under the pressure of human consumption and destruction. ਕੋਫੀ ਅਨਨ ਕਹਿੰਦੇ ਨੇ ਕਿ ਸਾਨੂੰ ਸਾਡੇ ਜੰਗਲ, ਸਾਡੀਆਂ ਫਿਸ਼ਰੀਜ਼, ਮੱਛੀ ਪਾਲਣ ਅਤੇ ਜਿਉਂਦਾ ਜੋ ਸਾਡੀਆਂ ਪ੍ਰਜਾਤੀਆਂ ਨੇ, ਸਪੀਸੀਜ਼ ਦੀ ਡਾਇਵਰਸਿਟੀ, ਵਿਭਿੰਨਤਾ ਹੈ, ਉਸ ਨੂੰ ਸਾਨੂੰ ਪ੍ਰੀਜ਼ਰਵ ਕਰਨਾ ਚਾਹੀਦਾ, ਉਸ ਨੂੰ ਸੰਭਾਲਣਾ ਚਾਹੀਦਾ ਹੈ। ਕਿਉਂਕਿ ਉਹ ਸਾਰੀਆਂ ਹੁਣ ਕੋਲੈਪਸ ਕਰਨ ਦੇ ਬਿਲਕੁਲ ਕਗਾਰ 'ਤੇ ਆ ਗਈਆਂ, ਖਤਮ ਹੋਣ ਦੇ ਕਗਾਰ 'ਤੇ ਆ ਗਈਆਂ, ਖਤਮ ਹੋਣ ਵਾਲੀਆਂ ਨੇ, ਕਿਉਂਕਿ ਉਹਨਾਂ 'ਤੇ ਪ੍ਰੈਸ਼ਰ ਬਣਿਆ ਹੋਇਆ। ਕਾਹਦਾ ਪ੍ਰੈਸ਼ਰ ਹੈ? ਮਨੁੱਖੀ ਕੰਜ਼ੰਪਸ਼ਨ ਦਾ, ਕਿਉਂਕਿ ਮਨੁੱਖ ਉਸ ਨੂੰ, ਉਹਨਾਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਨੇ, ਬਹੁਤ ਹੀ ਬੇਲੋੜੇ ਤਰੀਕੇ ਨਾਲ ਯੂਜ਼ ਕਰਦੇ ਨੇ ਅਤੇ ਉਹਨਾਂ ਦਾ ਵਿਨਾਸ਼ ਕਰਦੇ ਨੇ, ਡਿਸਟਰਕਸ਼ਨ ਕਰਦੇ ਨੇ। ਤਾਂ ਇੰਨੇ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਫੋਰੈਸਟ, ਸਾਡੇ ਜੰਗਲ, ਸਾਡੀਆਂ ਮੱਛੀਆਂ ਅਤੇ ਹੋਰ ਸਾਰੇ ਭਾਂਤ-ਭਾਂਤ ਦੇ ਜੋ ਸਾਡੇ ਜੀਵ ਜੰਤੂ ਨੇ, ਉਹਨਾਂ ਦੀ ਹੋਂਦ 'ਤੇ ਹੀ ਖਤਰਾ ਬਣਿਆ ਹੋਇਆ। ਇਸ ਕਰਕੇ ਸਾਨੂੰ ਉਹਨਾਂ ਸਾਰਿਆਂ ਨੂੰ ਰਲ ਕੇ ਪ੍ਰੀਜ਼ਰਵ ਕਰਨਾ ਚਾਹੀਦਾ, ਸਾਨੂੰ ਸੰਭਾਲਣਾ ਚਾਹੀਦਾ। ਸਟੂਡੈਂਟਸ, ਇਸ ਪੈਰੇ ਦੇ ਵਿੱਚ ਕੋਫੀ ਅਨਾਨ ਇਹ ਦੱਸਦੇ ਨੇ ਕਿ ਅਸੀਂ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਦਾ ਪ੍ਰੀਜ਼ਰਵ, ਉਹਨਾਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ। ਕਹਿੰਦੇ ਇਨ ਸ਼ੋਰਟ, ਸੰਖੇਪ ਤੌਰ 'ਤੇ ਵੀ ਨੀਡ ਅ ਨਿਊ ਐਥਿਕ ਆਫ ਸਟਿਊਅਰਡਸ਼ਿਪ। ਕਹਿੰਦੇ ਸਾਨੂੰ ਸ਼ਾਸਨ ਕਰਨ ਦਾ ਇੱਕ ਸਹੀ ਨਵਾਂ ਨੈਤਿਕ ਤਰੀਕਾ ਚਾਹੀਦਾ। ਐਥਿਕ ਦਾ ਮਤਲਬ ਬੱਚਿਓ ਮੋਰਲ ਪ੍ਰਿੰਸੀਪਲ, ਨੈਤਿਕ ਢੰਗ, ਨੈਤਿਕ ਤਰੀਕਾ। ਸਟਿਊਅਰਡਸ਼ਿਪ ਦਾ ਮਤਲਬ ਸ਼ਾਸਨ ਕਰਨ ਦਾ। ਵੀ ਨੀਡ ਅ ਮਚ ਬੈਟਰ ਇਨਫੋਰਮ ਪਬਲਿਕ। ਸਾਨੂੰ ਇੱਕ ਜ਼ਿਆਦਾ ਜਾਗਰੂਕ ਜਨਤਾ ਚਾਹੀਦੀ ਹੈ, ਲੋਕ ਚਾਹੀਦੇ ਆ, ਉਸ ਦੇਸ਼ ਦੇ ਲੋਕ ਜ਼ਿਆਦਾ ਜਾਗਰੂਕ ਹੋਣ। ਐਂਡ ਵੀ ਨੀਡ ਟੂ ਟੇਕ ਇਨਵਾਇਰਮੈਂਟਲ ਕੋਸਟ ਐਂਡ ਬੈਨੀਫਿਟਸ ਫੁਲੀ ਇਨਟੂ ਅਕਾਊਂਟ ਇਨ ਆਰ ਇਕਨੋਮਿਕ ਪੋਲਿਸੀ ਡਿਸੀਜ਼ਨਸ। ਅਤੇ ਫਿਰ ਜਦੋਂ ਸਾਨੂੰ ਸਪੋਜ਼ ਕਰੋ ਸਾਨੇ ਆਪਣੇ ਦੇਸ਼ ਦੇ ਆਰਥਿਕ ਵਿਕਾਸ ਦੇ ਕੋਈ ਡਿਸੀਜ਼ਨ ਲੈਣੇ ਨੇ, ਉਹਨਾਂ ਦੀਆਂ ਪਾਲਿਸੀਆਂ ਬਣਾਉਣੀਆਂ ਨੇ, ਇਕਨੋਮਿਕ ਪੋਲਿਸੀ ਦੇ ਕੋਈ ਫੈਸਲੇ ਲੈਣੇ ਨੇ, ਤਾਂ ਉਸ ਦੇ ਵੀ ਸਾਨੂੰ ਇਨਵਾਇਰਮੈਂਟਲ ਕੋਸਟ, ਸਾਡਾ ਉਹਨਾਂ ਤਰੀਕਿਆਂ ਦੇ ਨਾਲ, ਉਹਨਾਂ ਡਿਸੀਜ਼ਨ ਦੇ ਨਾਲ ਜਿਹੜੇ ਸਾਡੇ ਇਨਵਾਇਰਮੈਂਟ 'ਤੇ, ਸਾਡੇ ਵਾਤਾਵਰਨ 'ਤੇ ਕੀ ਅਸਰ ਪਵੇਗਾ ਅਤੇ ਉਹ ਸਾਨੂੰ ਬੈਨੀਫਿਟਸ ਕਿਵੇਂ ਦੇਣਗੇ, ਸਾਨੂੰ ਉਹਦਾ ਪੂਰਾ ਖਿਆਲ ਰੱਖਣਾ ਚਾਹੀਦਾ। ਟੇਕ ਇਨਟੂ ਅਕਾਊਂਟ, ਟੇਕ ਇਨਟੂ ਅਕਾਊਂਟ ਦਾ ਮਤਲਬ ਹੁੰਦਾ ਹੈ ਕਿ ਜਦ ਆਪਾਂ ਕਿਸੇ ਚੀਜ਼ ਦਾ ਖਿਆਲ ਕਰਦੇ ਹਾਂ ਤਾਂ ਸਾਨੂੰ ਇਸ ਦੀ ਜ਼ਰੂਰਤ ਹੈ। ਫਿਰ ਉਹ ਕਹਿੰਦੇ ਆ ਵੀ ਨੀਡ ਰੈਗੂਲੇਸ਼ਨਸ ਐਂਡ ਇਨਸੈਂਟਿਵਸ। ਕਹਿੰਦੇ ਸਾਨੂੰ ਰੈਗੂਲੇਸ਼ਨ, ਸਾਨੂੰ ਨਿਯਮ ਵੀ ਚਾਹੀਦੇ ਨੇ ਅਤੇ ਸਾਨੂੰ ਪ੍ਰੇਰਨਾਵਾਂ ਵੀ ਚਾਹੀਦੀਆਂ ਨੇ। ਇਨਸੈਂਟਿਵਸ ਦਾ ਮਤਲਬ ਪ੍ਰੇਰਨਾ। ਟੂ ਡਿਸਕਰੇਜ ਪੋਲਿਊਸ਼ਨ, ਤਾਂ ਕਿ ਅਸੀਂ ਇਹ ਜਿਹੜਾ ਪੋਲਿਊਸ਼ਨ ਫੈਲਾਉਂਦੇ ਹਾਂ, ਪ੍ਰਦੂਸ਼ਣ ਫੈਲਾਉਂਦੇ ਹਾਂ, ਇਸ ਨੂੰ ਅਸੀਂ ਡਿਸਕਰੇਜ ਕਰੀਏ, ਇਸ ਨੂੰ ਅਸੀਂ ਨਿਰੁਤਸ਼ਾਹਿਤ ਕਰੀਏ। ਐਂਡ ਓਵਰ ਕੰਜ਼ੰਪਸ਼ਨ ਆਫ ਨਾਨ ਰੀਨਿਊਏਬਲ ਰਿਸੋਰਸਿਸ, ਅਤੇ ਨਾ ਨਵਿਆਉਣਯੋਗ ਸਾਧਨਾਂ ਦੀ ਜਿਹੜੀ ਓਵਰ ਕੰਜ਼ੰਪਸ਼ਨ ਹੈ, ਬੇਮਤਲਬ ਤੋਂ ਅਸੀਂ ਬੇਲੋੜੀ ਅਸੀਂ ਉਹਨਾਂ ਦੀ ਕੰਜ਼ੰਪਸ਼ਨ ਕਰਦੇ ਹਾਂ, ਖਪਤ ਕਰਦੇ ਹਾਂ, ਉਹਨਾਂ ਨੂੰ ਵੀ ਅਸੀਂ ਰੋਕੀਏ। ਨਾਨ ਰੀਨਿਊਏਬਲ ਸੋਰਸਿਸ ਬੱਚਿਓ ਤੁਹਾਨੂੰ ਪਤਾ ਹੈ, ਜਿਵੇਂ ਕਿ ਕੋਲਾ, ਜੋ ਸਾਡੇ ਧਰਤੀ ਦੇ ਵਿੱਚੋਂ ਖਣਿਜ ਪਦਾਰਥ ਨਿਕਲਦੇ ਨੇ, ਇਹਨਾਂ ਨੂੰ ਅਸੀਂ ਕਹਿੰਦੇ ਹਾਂ। ਐਂਡ ਟੂ ਐਨਕਰੇਜ ਇਨਵਾਇਰਮੈਂਟਲ ਫਰੈਂਡਲੀ ਪ੍ਰੈਕਟਿਸਿਸ, ਅਤੇ ਸਾਨੂੰ ਇਨਵਾਇਰਮੈਂਟ ਨੂੰ, ਵਾਤਾਵਰਨ ਨੂੰ ਜੋ ਵਧੀਆ
ਕਰਕੇ ਰੱਖਣ, ਉਸ ਤਰ੍ਹਾਂ ਦੇ ਸਾਨੂੰ ਤੌਰ ਤਰੀਕਿਆਂ ਨੂੰ ਐਨਕਰੇਜ ਕਰਨਾ ਚਾਹੀਦਾ, ਮਤਲਬ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਮਤਲਬ ਪੋਲਿਊਸ਼ਨ ਫੈਲਾਉਣ ਵਾਲੇ ਤਰੀਕਿਆਂ ਨੂੰ ਸਾਨੂੰ ਡਿਸਕਰੇਜ ਕਰਨਾ ਚਾਹੀਦਾ ਹੈ, ਅਤੇ ਐਨਕਰੇਜ ਕਿਹਨਾਂ ਨੂੰ ਕਰਨਾ ਚਾਹੀਦਾ ਹੈ, ਜਿਸ ਦੇ ਨਾਲ ਸਾਡਾ ਵਾਤਾਵਰਨ ਸ਼ੁੱਧ ਰਹੇ। ਐਂਡ ਵੀ ਨੀਡ ਮੋਰ ਐਕੂਰੇਟ ਸਾਇੰਟੀਫਿਕ ਡਾਟਾ, ਅਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਾਨੂੰ ਨੈਚੁਰਲੀ ਇੱਕ ਬਹੁਤ ਹੀ ਵਧੀਆ ਐਕੂਰੇਟ, ਸਹੀ ਸਾਇੰਟੀਫਿਕ ਡੇਟਾ ਵੀ ਚਾਹੀਦਾ ਹੈ। ਸਾਨੂੰ ਅੰਕੜੇ ਚਾਹੀਦੇ ਨੇ ਸਾਇੰਸ ਦੇ। ਹੁਣ ਇੱਕ ਅੰਕੜਿਆਂ ਦਾ ਮਤਲਬ ਇੱਥੇ ਹੋ ਗਿਆ, ਸਪੋਜ਼ ਕਰੋ ਅਸੀਂ ਕੋਈ ਫੈਕਟਰੀ ਵਗੈਰਾ ਲਾਉਣੀ ਹੈ ਬੱਚਿਓ, ਤਾਂ ਇਹ ਸਾਰੀਆਂ ਚੀਜ਼ਾਂ ਉਸ ਫੈਕਟਰੀ ਦੇ ਲੱਗਣ ਦੇ ਨਾਲ, ਕਿਸੇ ਇੰਡਸਟਰੀ ਦੇ ਲੱਗਣ ਦੇ ਨਾਲ, ਉਸ ਦੇ ਜੀਵ ਜੰਤੂਆਂ ਦੇ ਜਿਹੜੀ ਉਹਦੀ ਜ਼ਿੰਦਗੀ ਹੈ ਜਾਂ ਆਲੇ ਦੁਆਲੇ ਦੇ ਵਾਤਾਵਰਨ ਦੇ ਉੱਪਰ ਕਿੰਨਾ ਅਸਰ ਪਏਗਾ, ਸਾਰਾ ਕੁਝ ਕਿਵੇਂ ਆਏਗਾ, ਵਿਦ ਦ ਹੈਲਪ ਆਫ ਸਾਇੰਟੀਫਿਕ ਡੇਟਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ। Above all, we need to remember the old African wisdom which I learned as a child, that the earth is not ours. ਹੁਣ ਕੋਫੀ ਅਨਾਨ ਕਹਿੰਦੇ ਆ ਕਿ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਇਹ ਜ਼ਰੂਰੀ ਹੈ। ਅਬਵ ਆਲ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਵੀ ਨੀਡ ਟੂ ਰਿਮੈਂਬਰ, ਅਸੀਂ ਇਹਨਾਂ ਗੱਲਾਂ ਨੂੰ ਯਾਦ ਰੱਖੀਏ ਕਿ ਕਿਹੜੀ ਗੱਲ ਹੈ ਉਹ, ਓਲਡ ਅਫਰੀਕਨ ਵਿਜ਼ਡਮ ਹੈ, ਇੱਕ ਪੁਰਾਣੀ ਅਫਰੀਕਾ ਦੀ ਕਹਾਵਤ ਹੈ। ਵਿਜ਼ਡਮ ਦਾ ਮਤਲਬ ਬੱਚਿਓ ਕਹਾਵਤ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਮੈਂ ਇੱਕ ਬੱਚੇ ਦੇ ਤੌਰ ਤੇ ਸਿੱਖੀ ਸੀ, ਵਿਚ ਆਈ ਲਰਨ। ਉਹ ਕੀ ਸੀ? ਦੈਟ ਦਾ ਅਰਥ ਇਜ਼ ਨੋਟ ਆਰਸ। ਦੇਖੋ ਹੁਣ ਬੱਚਿਓ ਸਾਡੇ ਚੈਪਟਰ ਦਾ ਨਾਮ ਆ ਗਿਆ ਕਿ ਧਰਤੀ ਸਾਡੀ ਨਹੀਂ ਹੈ, ਦਾ ਅਰਥ ਇਜ਼ ਨੋਟ ਆਰਸ। ਹੁਣ ਮੈਂ ਬੱਚਿਓ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਫੀ ਅਨਾਨ ਅਫਰੀਕਾ ਮਹਾਦੀਪ ਦੇ ਇੱਕ ਦੇਸ਼ ਹੈ ਘਾਨਾ, ਉਸ ਦੇ ਰਹਿਣ ਵਾਲੇ ਸੀ। ਅਫਰੀਕਨ ਬੱਚੇ ਸੀ, ਤਾਂ ਜਦੋਂ ਇਹ ਬਚਪਨ 'ਚ ਸੀ ਤਾਂ ਇਹਨਾਂ ਨੂੰ ਇਹ ਕਹਾਵਤ ਇਹਨਾਂ ਨੇ ਸੁਣੀ ਹੋਣੀ, ਦੈਟ ਦਾ ਅਰਥ ਇਜ਼ ਨੋਟ ਆਰਸ, ਕਿ ਧਰਤੀ ਸਾਡੀ ਨਹੀਂ ਹੈ। ਜਦ ਕਿ ਬੱਚਿਓ ਅਸੀਂ ਆਮ ਭਾਸ਼ਾ ਦੇ ਵਿੱਚ ਦੇਖੋ, ਸਾਡਾ ਇਨਸਾਨ ਕੀ ਕਹਿੰਦਾ ਰਹਿੰਦਾ ਹੈ ਕਿ ਮੇਰੀ ਜ਼ਮੀਨ, ਮੇਰੀ ਜ਼ਮੀਨ। ਜਦਕਿ ਕੋਫੀ ਅਨਾਨ ਕਹਿੰਦੇ ਨੇ ਕਿ ਅਰਥ ਤਾਂ ਸਾਡੀ ਹੈ ਹੀ ਨਹੀਂ, ਧਰਤੀ ਤਾਂ ਸਾਡੀ ਹੈ ਹੀ ਨਹੀਂ। ਫਿਰ ਇਹ ਹੈ ਕੀ ਹੈ? ਤਾਂ ਇਸ ਦਾ ਜਵਾਬ ਉਹ ਦਿੰਦੇ ਨੇ, ਕਹਿੰਦੇ ਇਟ ਇਜ਼ ਅ ਟ੍ਰੈਜ਼ਰ ਵੀ ਹੋਲਡ ਇਨ ਟਰਸਟ ਫॉर ਆਰ ਡਿਸੈਂਡੈਂਟਸ। ਕਹਿੰਦੇ ਇਹ ਤਾਂ ਇੱਕ ਖਜ਼ਾਨਾ ਹੈ। ਟ੍ਰੈਜ਼ਰ ਦਾ ਮਤਲਬ ਬੱਚੇ ਹੋ ਗਿਆ ਖਜ਼ਾਨਾ। ਕਹਿੰਦੇ ਇੱਕ ਖਜ਼ਾਨਾ ਹੈ ਜੋ ਕਿ ਸਿਰਫ ਆਉਣ ਵਾਲੇ ਯੁੱਗਾਂ ਦੇ ਲਈ ਅਸੀਂ, ਜਿਸਦੇ ਅਸੀਂ ਆਉਣ ਵਾਲੇ ਯੁੱਗਾਂ ਦੇ ਲਈ ਸੁਰੱਖਿਅਕ ਬਣੇ ਆ। ਡਿਸੈਂਡੈਂਟ ਮਤਲਬ ਬੱਚਿਓ ਆਉਣ ਵਾਲੇ ਜੋ ਯੁੱਗ ਆ ਉਹਨਾਂ ਨੂੰ ਕਿਹਾ ਜਾਂਦਾ ਡਿਸੈਂਡੈਂਟਸ, ਤੇ ਅਸੀਂ ਉਸਦੀ ਸੁਰੱਖਿਆ ਕਰਦੇ ਹਾਂ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਲਈ ਇਹਨੂੰ ਬਚਾ ਕੇ ਰੱਖਣਾ। ਜਦ ਕਿ ਅਸੀਂ ਕਰ ਕੀ ਰਹੇ ਹਾਂ? ਅਸੀਂ ਕਰ ਰਹੇ ਹਾਂ ਇਸ ਦੀ ਪਲੰਡਰਿੰਗ, ਜਦ ਕਿ ਸਾਨੂੰ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਤਾਂ ਬੱਚਿਓ ਇਹ ਸਾਰੀਆਂ ਗੱਲਾਂ ਕੋਫੀ ਅਨਾਨ ਨੇ, ਜੋ ਦਾ ਮਿਲੇਨੀਅਮ ਸਮਿਟ ਹੋਈ ਸੀ 2000 ਦੇ ਵਿੱਚ, ਉਹ ਗੱਲਾਂ ਕਹੀਆਂ ਸੀ। ਸੇਮ ਇਹੋ ਜਿਹੀਆਂ ਗੱਲਾਂ 2015 ਦੇ ਵਿੱਚ ਉਹਨਾਂ ਨੇ ਆਪਣੇ ਇੱਕ ਟਵੀਟ ਦੇ ਜ਼ਰੀਏ ਵੀ ਕਹੀਆਂ ਨੇ। ਕੋਫੀ ਅਨਾਨ ਦੇ ਓਫੀਸ਼ੀਅਲ ਟਵੀਟ ਤੋਂ ਇਹ ਟਵੀਟ ਉਹਨਾਂ ਨੇ ਕੀਤਾ ਸੀਗਾ 2015 ਦੇ ਵਿੱਚ। ਤਾਂ ਮੈਂ ਉਸਦੀ ਪਿਕ ਤੁਹਾਨੂੰ ਨੀਚੇ ਸ਼ੇਅਰ ਕੀਤੀ ਹੈ, ਤਾਂ ਤੁਸੀਂ ਦੇਖ ਸਕਦੇ ਹੋ। ਇੱਕ ਟਵੀਟ ਕਾਫੀ ਜ਼ਿਆਦਾ ਪਪੂਲਰ ਹੋਇਆ ਸੀ, ਬਹੁਤ ਜ਼ਿਆਦਾ ਇਹ ਵਾਇਰਲ ਹੋਇਆ ਸੀ। ਤਾਂ ਇਹ ਜਿਹੜੀ ਲਾਈਨ ਹੈ ਦਾ ਦੈਟ ਦਾ ਅਰਥ ਇਜ਼ ਨੋਟ ਆਰਸ, ਇਹ ਕਾਫੀ ਜ਼ਿਆਦਾ ਮਸ਼ਹੂਰ ਲਾਈਨ ਹੈ ਕੋਫੀ ਅਨਾਨ ਦੀ, ਤੇ ਇਸੇ ਦੇ ਕਰਕੇ ਇਸ ਚੈਪਟਰ ਦਾ ਨਾਮ ਇਹਨਾਂ ਨੇ ਦਾ ਅਰਥ ਇਜ਼ ਨੋਟ ਆਰ ਰੱਖਿਆ ਹੈ। Those are the problems and the tasks which affect the everyday lives or of our peoples. ਕਹਿੰਦੇ ਉਹ ਸਮੱਸਿਆਵਾਂ ਨੇ ਅਤੇ ਉਹ ਕੰਮ ਨੇ, ਟਾਸਕ ਕੰਮ ਪ੍ਰੋਬਲਮ ਸਮੱਸਿਆਵਾਂ, ਜਿਹੜੀਆਂ ਸਾਡੇ ਲੋਕਾਂ ਦੀਆਂ ਡੇਲੀ ਦੀਆਂ ਜ਼ਿੰਦਗੀਆਂ ਨੂੰ, ਐਵਰੀਡੇ ਲਾਈਫਸ, ਰੋਜ਼ਾਨਾ ਦੀਆਂ ਜ਼ਿੰਦਗੀਆਂ ਨੂੰ ਅਫੈਕਟ ਕਰਦੇ ਨੇ, ਅਸਰ ਪਾਉਂਦੇ ਨੇ। ਇਹ ਸਾਰੀਆਂ ਗੱਲਾਂ ਜੋ ਉੱਪਰ ਦੱਸੀਆਂ ਗਈਆਂ ਨੇ। ਇਟ ਇਜ਼ ਔਨ ਹਾਊ ਵੀ ਹੈਂਡਲ them that the utility of the United Nations will be judged. ਕਹਿੰਦੇ ਹੁਣ ਇਹ ਸਾਰੀਆਂ ਪ੍ਰੋਬਲਮਸ ਨੂੰ ਯੂਨਾਈਟਿਡ ਨੇਸ਼ਨ ਕਿਸ ਤਰ੍ਹਾਂ ਹੈਂਡਲ ਕਰਦਾ ਹੈ, ਕਿਸ ਤਰ੍ਹਾਂ ਇਹਨਾਂ ਨੂੰ ਉਹ ਸੋਲਵ ਕਰਦਾ ਹੈ, ਇਹ ਸਾਰੀਆਂ ਪ੍ਰੋਬਲਮ ਨੂੰ ਕਿਸ ਤਰ੍ਹਾਂ ਟੈਕਲ ਕਰਦਾ ਹੈ, ਤਾਂ ਉਹ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਯੂਟਿਲਿਟੀ ਹੈ, ਉਸ ਦੀ ਉਪਯੋਗਤਾ ਹੈ, ਉਹ ਇਹਨਾਂ ਗੱਲਾਂ ਤੋਂ ਸਾਬਿਤ ਹੋਏਗੀ। ਯੂਨਾਈਟਿਡ ਨੇਸ਼ਨ ਵਿਲ ਬੀ ਜਜਡ, ਤਾਂ ਯੂਨਾਈਟਿਡ ਨੇਸ਼ਨ ਦੀ ਜਜਮੈਂਟ ਇਸ ਤਰੀਕੇ ਨਾਲ ਹੋਏਗੀ ਕਿ ਉਹਨੇ ਇਹ ਸਾਰੀਆਂ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਟੈਕਲ ਕੀਤਾ, ਕਿਸ ਤਰ੍ਹਾਂ ਦੂਰ ਕੀਤਾ। ਕਿਉਂਕਿ 1945 ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਜਦੋਂ ਸਥਾਪਨਾ ਹੋਈ ਸੀ, ਤਾਂ ਇਹ ਪ੍ਰੋਬਲਮਸ ਨੂੰ ਟੈਕਲ ਕਰਨ ਦੇ ਬੇਸ ਨਾਲ ਹੀ ਹੋਈ ਸੀ ਕਿ ਜੋ ਵੀ ਇਹਨਾਂ ਦੇਸ਼ਾਂ ਦੇ ਵਿੱਚ ਪ੍ਰੋਬਲਮਸ ਆਉਣਗੀਆਂ ਤਾਂ ਇਹ ਸੋਲਵ ਹੋਣਗੀਆਂ। ਇਫ ਵੀ ਲੂਜ਼ ਸਾਈਟ ਆਫ ਦੈਟ ਪੁਆਇੰਟ, ਦ ਯੂਨਾਈਟਿਡ ਨੇਸ਼ਨਸ ਵਿਲ ਹੈਵ ਲਿਟਲ ਔਰ ਨੋ ਰੋਲ ਟੂ ਪਲੇ ਇਨ ਦਾ 21st ਸੈਂਚੁਰੀ। ਕਹਿੰਦੇ ਜੇਕਰ ਯੂਨਾਈਟਿਡ ਨੇਸ਼ਨਸ ਨੇ ਇਹ ਸਾਰੇ ਗੱਲਾਂ ਵੱਲ ਇਫ ਵੀ ਲੂਜ਼ ਸਾਈਡ, ਜੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਲੂਜ਼ ਸਾਈਡ ਦਾ ਮਤਲਬ ਉੱਚ ਹੁੰਦਾ ਹੈ ਨਜ਼ਰਅੰਦਾਜ਼ ਕਰਨਾ। ਜੇ ਇਹਨਾਂ ਸਾਰੀਆਂ ਪ੍ਰੋਬਲਮਸ ਵੱਲ ਯੂਨਾਈਟਿਡ ਨੇਸ਼ਨ ਨੇ ਧਿਆਨ ਨਾ ਦਿੱਤਾ, ਤਾਂ ਫਿਰ ਕੀ ਹੋਏਗਾ ਕਿ ਯੂਨਾਈਟਿਡ ਨੇਸ਼ਨਸ ਦਾ ਕੋਈ ਵੀ ਰੋਲ 21st ਸੈਂਚੁਰੀ ਦੇ ਵਿੱਚ, 21ਵੀਂ ਸਦੀ ਜੋ ਕਿ ਆਉਣ ਵਾਲੀ ਸਦੀ ਹੈ, ਉਸ ਦੇ ਵਿੱਚ ਯੂਨਾਈਟਿਡ ਨੇਸ਼ਨ ਦਾ ਜਾਂ ਤਾਂ ਰੋਲ ਬਹੁਤ ਹੀ ਘੱਟ ਰਹਿ ਜਾਏਗਾ, ਅਤੇ ਜਾਂ ਫਿਰ ਉਸਦਾ ਕੋਈ ਰੋਲ ਹੋਏਗਾ ਹੀ ਨਹੀਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦਾ।
ਐਸੇ ਦੇ ਲਾਸਟ ਪੈਰੇ ਦੇ ਵਿੱਚ ਕੋਫੀ ਅਨਾਨ ਕਹਿੰਦੇ ਨੇ ਕਿ ਲੈਟ ਅਸ ਨੈਵਰ ਫੋਰਗੇਟ ਕਿ ਆਓ ਆਪਾਂ ਇਹ ਕਦੇ ਨਾ ਭੁੱਲੀਏ ਦੈਟ ਆਵਰ ਆਰਗੇਨਾਈਜੇਸ਼ਨ ਵਾਸ ਫਾਊਂਡਡ ਇਨ ਦਾ ਨੇਮ ਆਫ ਵੀ ਦਾ ਪੀਪਲਸ, ਕਿ ਜਿਹੜਾ ਸਾਡਾ ਸੰਗਠਨ ਹੈ, ਸੰਗਠਨ ਕਿਸ ਦੀ ਗੱਲ ਕਰ ਰਹੇ ਹੋ, ਯੂਐਨਓ ਦੀ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਗੱਲ ਕਰ ਰਹੇ ਨੇ, ਕਿ ਜਿਹੜਾ ਸਾਡਾ ਸੰਗਠਨ ਜਦੋਂ ਬਣਿਆ ਸੀ ਤਾਂ ਉਹ ਕਿਸ ਦੇ ਨਾਲ ਸਾਡਾ ਬਣਿਆ ਸੀ, ਵੀ ਦਾ ਪੀਪਲਸ, ਅਸੀਂ ਲੋਕਾਂ ਦੇ ਨਾਲ। ਤਾਂ ਬੱਚਿਓ ਇੱਥੇ ਉਹ ਕਿਸ ਦੀ ਗੱਲ ਕਰ ਰਹੇ ਨੇ, ਇੱਥੇ ਉਹ ਯੂਐਨਓ ਜਦੋਂ 1945 ਦੇ ਵਿੱਚ ਬਣਿਆ ਤਾਂ ਉਸ ਦੀ ਪ੍ਰੀਐਂਬਲ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ, ਵੀ ਦਾ ਪੀਪਲਸ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ ਕਿ ਵੀ ਦਾ ਪੀਪਲਸ ਤੋਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਜਿਹੜੀ ਪ੍ਰੀਐਂਬਲ ਹੈ, ਪ੍ਰਸਤਾਵਨਾ ਹੈ, ਉਹ ਸਟਾਰਟ ਹੁੰਦੀ ਹੈ। ਤਾਂ ਇਸੇ ਗੱਲ ਦੀ ਜ਼ਿਕਰ ਕੋਫੀ ਅਨਾਨ ਕਰ ਰਹੇ ਨੇ, ਤੇ ਉਹ ਅੱਗੇ ਕਹਿੰਦੇ ਨੇ ਕਿ ਵੀ ਆਰ ਐਟ ਦਾ ਸਰਵਿਸ ਆਫ ਦਾ ਵਰਲਡਸ ਪੀਪਲ ਐਂਡ ਵੀ ਮਸਟ ਲਿਸਨ ਟੂ them। ਕਹਿੰਦੇ ਯੂਨਾਈਟਿਡ ਨੇਸ਼ਨ ਬਣੀ ਕਿਉਂ ਸੀ, ਸੰਸਾਰ ਦੇ ਲੋਕਾਂ ਦੀ ਸੇਵਾ ਕਰਨ ਲਈ, ਵਰਲਡਸ ਪੀਪਲ, ਸੰਸਾਰ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਯੂਐਨਓ ਦਾ ਗਠਨ ਹੋਇਆ ਸੀ। ਇੱਥੇ ਵੀ ਦਾ ਮਤਲਬ ਉਹ ਕਿਸ ਨੂੰ ਕਹਿ ਰਹੇ ਨੇ, ਕਿਉਂਕਿ ਤੁਹਾਨੂੰ ਦੱਸਿਆ ਨਾ ਬੱਚਿਓ ਮੈਂ ਸ਼ੁਰੂ 'ਚ ਕਿ ਉਹ ਇਹ ਜਿਹੜੀ ਮਿਲੇਨੀਅਮ ਸਮਿਟ ਹੋਈ ਸੀ ਉਸ ਦੇ ਵਿੱਚ ਉਹਨਾਂ ਨੇ ਸੰਬੋਧਨ ਕਰਿਆ ਸੀ ਸਾਰੇ ਦੇਸ਼ਾਂ ਦੇ ਮੁਖੀਆਂ ਨੂੰ, ਤਾਂ ਉਹ ਸਾਰੇ ਦੇਸ਼ਾਂ ਦੇ ਮੁਖੀ ਜੋ ਇਸ ਯੂਐਨਓ ਦੇ ਮੈਂਬਰਸ ਨੇ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਸਾਡੀ ਜਿਹੜੀ ਯੂਐਨਓ ਦੀ ਸਥਾਪਨਾ ਸੀ ਇਹ ਸੰਸਾਰ ਦੇ ਲੋਕਾਂ ਦੀ ਸੇਵਾ ਦੇ ਲਈ ਬਣੀ ਸੀ, ਐਂਡ ਵੀ ਮਸਟ ਲਿਸਨ ਟੂ them, ਅਤੇ ਇਸ ਕਰਕੇ ਸਾਨੂੰ ਉਹਨਾਂ ਨੂੰ ਸੁਣਨਾ ਚਾਹੀਦਾ ਹੈ, ਉਹਨਾਂ ਲੋਕਾਂ ਦੀਆਂ ਪ੍ਰੋਬਲਮਸ ਵੱਲ ਸਾਨੂੰ ਸੁਣਨਾ ਚਾਹੀਦਾ ਹੈ। ਦੇ ਆਰ ਟੈਲਿੰਗ ਅਸ, ਉਹ ਸਾਨੂੰ ਦੱਸ ਰਹੇ ਨੇ that our past achievements are not enough, ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਪ੍ਰਾਪਤੀਆਂ ਨੇ, ਜੋ ਸਾਨੇ ਹੁਣ ਤੱਕ 1945 ਤੋਂ ਲੈ ਕੇ 2000 ਤੱਕ ਜੋ ਸਾਡੀਆਂ ਯੂਐਨਓ ਦੀਆਂ ਪ੍ਰਾਪਤੀਆਂ ਰਹੀਆਂ ਨੇ, ਉਹ ਆਰ ਨੋਟ ਇਨਫ, ਹੋ ਇੰਨੀਆਂ ਕਾਫੀ ਨਹੀਂ ਹਨ। ਠੀਕ ਹੈ, ਪ੍ਰਾਪਤੀਆਂ ਯੂਐਨਓ ਨੇ ਕੀਤੀਆਂ ਨੇ, ਸੰਸਾਰ ਦੀਆਂ ਕੁਝ ਪ੍ਰੋਬਲਮ ਸੋਲਵ ਕੀਤੀਆਂ ਨੇ, ਪਰੰਤੂ ਉਹ ਜ਼ਿਆਦਾ ਨਹੀਂ ਹਨ, ਉਹ ਨਾਕਾਫੀ ਨੇ, ਇਹ ਸਾਨੂੰ ਕਹਿ ਰਹੇ ਨੇ ਉਹ ਸਾਰੇ ਲੋਕ। ਐਂਡ ਦੇ ਆਰ ਟੈਲਿੰਗ ਅਸ ਵੀ ਮਸਟ ਡੂ ਮੋਰ, ਅਤੇ ਉਹ ਸਾਨੂੰ ਇਹ ਕਹਿ ਰਹੇ ਨੇ ਕਿ ਸਾਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੇ ਆਰ ਟੈਲਿੰਗ ਅਸ, ਉਹ ਲੋਕ ਸਾਨੂੰ ਕਹਿ ਰਹੇ ਨੇ ਸਾਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ, ਐਂਡ ਡੂ ਇਟ ਬੈਟਰ, ਤੇ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ। ਮਤਲਬ ਅਸੀਂ 20ਵੀਂ ਸਦੀ ਵਿੱਚ ਜੋ ਤਰੀਕੇ ਅਪਣਾਏ, ਯੂਐਨਓ ਨੇ ਜੋ ਤਰੀਕੇ ਅਪਣਾਏ ਉਹਨਾਂ ਲੋਕਾਂ ਦੀਆਂ ਪ੍ਰੋਬਲਮਸ ਨੂੰ ਦੂਰ ਕਰਨ ਲਈ, ਲੇਕਿਨ ਨਹੀਂ ਹੋਈਆਂ, ਤਾਂ ਸਾਨੂੰ ਆਉਣ ਵਾਲੀ ਸਦੀ ਦੇ ਵਿੱਚ 21ਵੀਂ ਸਦੀ ਦੇ ਵਿੱਚ ਸਾਨੂੰ ਜ਼ਿਆਦਾ ਚੰਗੇ ਢੰਗ ਦੇ ਨਾਲ, ਜ਼ਿਆਦਾ ਸ਼ਿੱਦਤ ਦੇ ਨਾਲ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਤੇ ਸੰਸਾਰ 'ਚ ਜੋ ਪ੍ਰੋਬਲਮਸ ਆਈਆਂ ਨੇ, ਜੋ ਆ ਰਹੀਆਂ ਨੇ, ਉਹ ਸਾਰੀਆਂ ਪ੍ਰੋਬਲਮਸ ਨੂੰ ਸਾਨੂੰ ਟੈਕਲ ਕਰਨਾ ਚਾਹੀਦਾ, ਉਸ ਤੋਂ ਸਾਨੂੰ ਸੋਲਵ ਕਰਨਾ ਚਾਹੀਦਾ। ਤਾਂ ਇਸ ਦੇ ਨਾਲ ਬੱਚਿਓ ਸਾਡਾ ਐਸੇ ਦਾ ਅਰਥ ਇਜ਼ ਨੋਟ ਆਰਸ ਖਤਮ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਐਸੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ। ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਕੁਐਸਚਨ ਆਨਸਰਸ ਅਤੇ ਹੋਰ ਵੋਕੈਬਲਰੀ ਦੇ ਜੋ ਕੰਪਰੀਹੈਂਸ਼ਨਸ ਨੇ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਧੰਨਵਾਦ।